ਨਮਸਕਾਰ ਅਦਾ ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਜਸਪ੍ਰੀਤ ਸਿੰਘ। ਪੰਜਾਬ ਅਕੈਡਮੀ ਆਨਲਾਈਨ YouTube ਦੇ ਉੱਪਰ ਤੁਹਾਡਾ ਸਵਾਗਤ ਕਰਦਾ ਗਾ। ਅੱਜ ਬਹੁਤ ਹੀ ਸਮੇਂ ਬਾਅਦ ਅੱਜ ਤੁਹਾਡੇ ਨਾਲ ਜਿਹੜਾ ਹੈਗਾ ਹਿਸਟਰੀ ਦੀ ਕਲਾਸ ਜਿਹੜੀ ਹੈਗੀ ਹੈ, ਆਪਣਾ ਸੈਸ਼ਨ ਚੱਲ ਰਿਹਾ ਹਿਸਟਰੀ ਦਾ, PTET ਦਾ, ਮਾਸਟਰ ਕੇਡਰ ਦਾ, CTET ਦਾ। ਇਹ ਤਿੰਨਾਂ ਦੀ ਜਿਹੜੀ ਹੈਗੀ ਕਲਾਸ ਕੰਟੀਨਿਊ ਕਰਾਂਗੇ, ਕਿਉਂਕਿ 21 ਤੱਕ ਜਿਹੜਾ ਹੈਗਾ NTT ਟੀਚਰਾਂ ਤੱਕ ਐਗਜ਼ਾਮ ਹੋਣਾ ਸੀਗਾ, ਤਾਂ ਉਸ ਦੇ ਕਾਰਨ ਜਿਹੜਾ ਹੈਗਾ ਸਿਲੇਬਸ ਦੇ ਵਿੱਚ ਥੋੜ੍ਹਾ ਜਿਹਾ ਬਿਜੀ ਸੀਗੇ। ਤਾਂ ਅੱਜ ਤੋਂ ਬਾਅਦ ਜਿਹੜੀਆਂ ਹੈਗੀਆਂ ਕੰਟੀਨਿਊ ਕਲਾਸਾਂ ਰਹਿਣਗੀਆਂ। ਜਿਹੜੀਆਂ ਹੈਗੀਆਂ PTET ਦਾ ਸਾਡਾ ਔਨਲਾਈਨ ਬੈਚ ਸਟਾਰਟ ਹੋਵੇਗਾ, ਆਫਲਾਈਨ ਵੀ ਬੈਚ ਸਟਾਰਟ ਹੋਵੇਗਾ, ਔਨਲਾਈਨ ਵੀ ਸਟਾਰਟ ਹੋਵੇਗਾ। ਜਿਹੜੇ ਮਾਨਸਾ ਡਿਸਟ੍ਰਿਕਟ ਦੇ ਲਾਗੇ ਤਾਗੇ ਜਿੰਨੇ ਵੀ ਸਟੂਡੈਂਟ ਹੈ, ਜੇਕਰ ਉਹ ਆਫਲਾਈਨ ਕਲਾਸ ਲਗਾਉਣਾ ਚਾਹੁੰਦੇ ਆ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਆ। ਨੀਚੇ PDF ਦੇ ਵਿੱਚ ਹੀ ਕਲਾਸ ਦੇ ਵਿੱਚ ਹੀ ਤੁਹਾਨੂੰ ਨੰਬਰ ਦਿੱਤਾ ਹੋਇਆ, ਤਾਂ ਉਸ ਦੇ ਉੱਪਰ ਜਿਹੜਾ ਹੈਗਾ ਸੰਪਰਕ ਕਰ ਸਕਦੇ ਆ। ਔਨਲਾਈਨ ਕਲਾਸਾਂ ਵੀ ਰਹਿਣਗੀਆਂ। ਔਨਲਾਈਨ ਕਲਾਸਾਂ ਜੇ ਤੁਸੀਂ ਲਗਵਾਉਣੀਆਂ ਨੇ, ਔਨਲਾਈਨ ਬੈਚ ਪਰਚੇਜ ਕਰਨਾ, ਤਾਂ ਉਹ ਵੀ ਜਿਹੜਾ ਸਾਡਾ ਜਿਹੜਾ ਹੈਗਾ PTET ਦਾ, ਦੇਖੋ 1 ਮਹੀਨੇ ਦਾ, ਅੱਜ 1 ਮਹੀਨਾ ਤੇ ਜਿਹੜਾ ਹੈਗਾ 1 ਦਿਨ ਬਾਕੀ ਹੈ ਪੇਪਰ ਦੇ ਵਿੱਚ। ਅੱਜ ਜਿਹੜਾ ਨੋਟੀਫਿਕੇਸ਼ਨ ਹੈ PTET ਦਾ ਜਿਹੜਾ ਨੋਟੀਫਿਕੇਸ਼ਨ ਹੈ ਉਹ ਰਿਲੀਜ਼ ਹੋ ਚੁੱਕਿਆ। ਅੱਜ 24/12/2021 ਤੱਕ ਦਾ ਜਿਹੜਾ ਹੈਗਾ ਉਹਨਾਂ ਦਾ ਪੇਪਰ ਜਿਹੜਾ ਹੈਗਾ ਕੰਪਲੀਟ ਹੋ ਜਾਵੇਗਾ। ਸਬਜੈਕਟਿਵ ਦਾ, ਜਿਨ੍ਹਾਂ ਦਾ ਸਬਜੈਕਟਿਵ ਹੈ ਹਿਸਟਰੀ, ਪੋਲਿਟੀ, ਠੀਕ ਹੈ, ਉਹ ਜ਼ਰੂਰ ਕੰਟੈਕਟ ਕਰਨ। ਮੈਂ ਤੁਹਾਨੂੰ 101% ਸ਼ੋਰਟੀ ਦਿੰਦਾ ਕਿ ਇੱਕ ਵੀ ਕੁਐਸਚਨ ਉਰਾਂ ਪਰਾਂ ਨਹੀਂ ਜਾਣ ਦਿੰਦਾ। 60 ਨੰਬਰਾਂ ਦਾ ਤਾਂ 60 ਨੰਬਰਾਂ ਦੇ ਵਿੱਚੋਂ ਇੱਕ ਵੀ ਕੁਐਸਚਨ ਤੁਹਾਨੂੰ ਮਿਸ ਨਹੀਂ ਜਾਣ ਦੇਵਾਂਗਾ। ਸੈਸ਼ਨ ਨੂੰ ਡੇਲੀ ਦੇਖੋ। ਜੇਕਰ ਤੁਸੀਂ PTET ਦੀ ਕਲਾਸ ਜਿਹੜੀ ਸਾਡੀ ਜੁਆਇਨ ਕਰਨਾ ਚਾਹੁੰਦੇ ਹੋ, PDF ਵਿਦ ਪੰਜਾਬੀ ਲੈਂਗੁਏਜ ਦੇ ਵਿੱਚ ਹੋਣਗੀਆਂ, ਤਾਂ ਤੁਸੀਂ ਜ਼ਰੂਰ ਜੁੜ ਸਕਦੇ ਹੋ ਸਾਡੇ ਪੰਜਾਬ ਅਕੈਡਮੀ ਆਨਲਾਈਨ ਪੋਰਟਲ ਦੇ ਵਿੱਚ। ਤਾਂ ਅੱਜ ਦਾ ਜਿਹੜਾ ਟੌਪਿਕ ਰਹਿਣਾ, 3rd ਕਲਾਸ ਜਿਹੜੀ ਹੈਗੀ ਆ ਉਸ ਨੂੰ ਸ਼ੁਰੂਆਤ ਕਰਾਂਗੇ। ਤਾਂ ਪਹਿਲੀਆਂ 2 ਕਲਾਸਾਂ ਜਿਹੜੀਆਂ ਹੈਗੀਆਂ ਮੈਂ ਤੁਹਾਨੂੰ ਲਗਾਈਆਂ ਸੀਗੀਆਂ, ਜਿਹੜਾ ਹੈਗਾ ਉਹਦੇ ਬਾਰੇ ਆਪਾਂ ਦੇਖਿਆ ਸੀਗਾ ਕਿ ਉਤਵੀ ਕੌਣ ਸੀਗਾ, ਬਹਿਕੀਕ ਕੌਣ ਸੀਗਾ। ਲਾਸਟ ਆਪਣਾ ਟੌਪਿਕ ਇਹ ਰਿਹਾ ਸੀਗਾ ਅਲਬਰੂਨੀ, ਫਿਰਦੌਸੀ ਵਗੈਰਾ ਬਾਰੇ ਪੜ੍ਹਿਆ ਸੀਗਾ ਆਪਾਂ, ਠੀਕ ਹੈ। ਉਸ ਤੋਂ ਬਾਅਦ ਕਿਹੜੇ ਹਮਲੇ ਜਿਹੜੇ ਹੈਗੇ ਕੀਤੇ ਗਏ ਸੀਗੇ ਉਹਨਾਂ ਬਾਰੇ ਆਪਾਂ ਪੜ੍ਹਿਆ ਸੀਗਾ। ਜਿਵੇਂ 1019-20 ਦੇ ਵਿੱਚ ਜਿਹੜਾ ਹੈਗਾ ਕਲੇਜਰ ਅਭਿਆਨ ਹੋਇਆ ਸੀਗਾ, ਠੀਕ ਹੈ ਜੀ। ਉਸ ਤੋਂ ਬਾਅਦ ਜਿਵੇਂ ਸੋਮਨਾਥ ਟੈਂਪਲ ਦੇ ਉੱਪਰ ਹਮਲਾ ਕੀਤਾ ਸੀਗਾ, ਠੀਕ ਹੈ। ਮੁਹੰਮਦ ਗਜ਼ਨਵੀ ਬਾਰੇ ਆਪਾਂ ਸਾਰਾ ਜਿਹੜਾ ਹੈਗਾ ਟੌਪਿਕ ਨੂੰ ਕੰਪਲੀਟ ਕੀਤਾ। ਮੁਹੰਮਦ ਗਜ਼ਨਵੀ ਕੌਣ ਸੀਗਾ, ਕਿੱਥੋਂ ਆਇਆ ਸੀ, ਕੀ ਕਾਰਨ ਸੀਗੇ ਆਉਣ ਦੇ, ਇਹ ਸਾਰੀਆਂ ਚੀਜ਼ਾਂ ਹਨ। ਆਪਾਂ ਪਹਿਲਾਂ ਜਿਨ੍ਹਾਂ ਨੇ ਮੇਰੀ ਕਲਾਸ 1st ਐਂਡ 2nd ਕਲਾਸ ਨਹੀਂ ਦੇਖੀ ਤਾਂ ਪਲੀਜ਼ ਉਹਨੂੰ ਇੱਕ ਵਾਰੀ ਜ਼ਰੂਰ ਦੇਖਣ, ਤਾਂ ਹੀ ਅਗਲਾ ਟੌਪਿਕ ਜਿਹੜਾ ਹੈਗਾ ਤੁਹਾਡਾ ਸਮਝ ਆਵੇਗਾ। ਦੇਖੋ ਜੀ, ਇਹ ਸਪੈਸ਼ਲੀ ਜਿਹੜੇ ਹੈਗੇ ਆ ਤੁਸੀਂ ਤਿਆਰੀ ਕਰ ਸਕਦੇ ਹੋ, ਹਰ ਇੱਕ ਗੌਰਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਹੋ, ਪਰ ਬਹੁਤ ਡੀਪਲੀ ਕਨਸੈਪਟ ਜਿਹੜੇ ਹੈਗੇ ਆ ਇਹਨਾਂ ਕਲਾਸਾਂ ਦੇ ਵਿੱਚ ਤੁਹਾਨੂੰ ਦਿੱਤੇ ਜਾਂਦੇ ਨੇ। ਜਿਹੜੇ ਤੁਹਾਨੂੰ SSC ਲੈਵਲ ਦੇ, ਉਹ ਇੱਦੋਂ ਥੋੜ੍ਹਾ ਜਿਹਾ ਨੋਰਮਲ ਲੈਵਲ ਜਿਹੜਾ ਹੈਗਾ ਹਿਸਟਰੀ ਦਾ ਆਉਂਦਾ ਹੈਗਾ। ਪੰਜਾਬ ਦੇ ਵਿੱਚ ਸਟੇਟ ਦਾ ਜੇਕਰ ਆਪਾਂ ਗੱਲ ਕੀਤੀ ਜਾਵੇ, ਨੋਰਮਲ ਹਿਸਟਰੀ ਜਿਹੜੀ ਹੈਗੀ ਹੈ ਪੁੱਛੀ ਜਾਂਦੀ ਹੈ, ਪਰ ਇਹ ਬਹੁਤ ਜ਼ਿਆਦਾ ਡੀਪਲੀ ਹਿਸਟਰੀ ਹੈ, ਕਿਉਂਕਿ CTET PTET ਦੇ ਵਿੱਚ ਸਭ ਤੋਂ ਜ਼ਿਆਦਾ, ਅਤੇ ਮਾਸਟਰ ਕੇਡਰ ਸਕਰੀਨਿੰਗ ਦੀ ਆਪਾਂ ਗੱਲ ਕੀਤੀ ਜਾਵੇ, ਮਾਸਟਰ ਕੇਡਰ, ਇਹ ਤਿੰਨੇ ਐਗਜ਼ਾਮਾਂ ਵਾਸਤੇ ਬਹੁਤ ਹੀ ਇੰਪੋਰਟੈਂਟ ਜਿਹੜਾ ਹੈਗੇ ਹਿਸਟਰੀ ਦੇ ਟੌਪਿਕ ਬਣਦੇ ਨੇ। ਤਾਂ ਉਹਨਾਂ ਹੀ ਆਪਾਂ ਡੀਪਲੀ ਉਸ ਨੂੰ ਦੇਖਾਂਗੇ। ਤਾਂ ਅੱਜ ਜਿਹੜਾ ਟੌਪਿਕ ਬਾਰੇ ਅੱਜ ਆਪਾਂ ਸਟਾਰਟ ਕਰਾਂਗੇ, ਅੱਜ ਆਪਾਂ ਦਿੱਲੀ ਸਲਤਨਤ ਤੱਕ ਕਰਾਂਗੇ। ਉਸ ਤੋਂ ਬਾਅਦ ਕੱਲ੍ਹ ਨੂੰ ਜਿਹੜੇ ਦਿੱਲੀ ਸਲਤਨਤ ਦਾ ਪਹਿਲਾ ਰਾਜਾ, ਠੀਕ ਹੈ, ਉਹਦੇ ਬਾਰੇ ਜਿਹੜੀ ਹੈਗੀ ਨੈਕਸਟ ਕਲਾਸ ਉਸ ਤੋਂ ਸਟਾਰਟ ਹੋਵੇਗੀ। ਅੱਜ ਸਾਰਾ ਉੱਥੋਂ ਤੱਕ ਅੱਜ ਆਪਾਂ ਕੰਪਲੀਟ ਕਰਦੇ ਹਾਂ। ਤਾਂ ਵੱਧਦੇ ਹਾਂ ਆਪਣੇ ਸੈਸ਼ਨ ਦੇ ਵੱਲ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਜੋ ਹਰ ਇੱਕ ਤੁਹਾਨੂੰ ਕੰਟੈਂਟ ਜਿਹੜਾ ਹੈਗਾ ਮਿਲਦਾ ਰਹੇ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸ਼ਹਾਬੁਦੀਨ ਗੌਰੀ ਦੀ। ਸ਼ਹਾਬੁਦੀਨ ਗੌਰੀ ਕੌਣ ਸੀਗਾ, ਉਹਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਕੌਣ ਸੀਗਾ ਸ਼ਹਾਬੁਦੀਨ ਗੌਰੀ, ਕੌਣ ਸੀਗਾ, ਕੀ ਕਾਰਨ ਸੀ ਇਹਦਾ ਇੰਡੀਆ ਦੇ ਵਿੱਚ ਆਉਣ ਦਾ, ਕਦੋਂ ਇਹ ਇੰਡੀਆ ਦੇ ਵਿੱਚ ਆਇਆ, ਉਹ ਸਾਰੀਆਂ ਗੱਲਾਂ ਆਪਾਂ ਅੱਜ ਡਿਸਕਸ ਕਰਾਂਗੇ। ਸ਼ਹਾਬੁਦੀਨ ਗੌਰੀ ਕੀ ਕਰਦਾ ਜੀ, 1173 AD ਦੇ ਵਿੱਚ ਕੀ ਬਣਦਾ ਉਹ, ਸ਼ਹਾਬੁਦੀਨ ਮੁਹੰਮਦ ਗੌਰੀ, ਠੀਕ ਹੈ ਨਾ, ਮੁਹੰਮਦ ਗੌਰੀ, ਠੀਕ ਹੈ। ਗਜ਼ਨਵੀ ਜਿਹੜਾ ਹੈਗਾ ਉਹਨਾਂ ਦਾ ਬ੍ਰਦਰ ਸੀਗਾ ਇਹ। ਤਾਂ ਉਹ ਕੀ ਕਰਦਾ ਹੈਗਾ, ਉਹ 1173 ਈਸਵੀ ਦੇ ਵਿੱਚ ਕੀ ਕਰਦਾ ਹੈ, ਇੰਡੀਆ ਦੇ ਵਿੱਚ ਆਉਂਦਾ ਹੈ। 1173 ਈਸਵੀ ਦੇ ਵਿੱਚ ਪਹਿਲਾਂ ਉਹ ਕੀ ਕਰਦਾ ਹੈਗਾ, ਆਪਣਾ ਸ਼ਾਸਕ ਬਣਦਾ ਹੈਗਾ ਆਪਣੇ ਜਿਹੜਾ ਹੈਗਾ
ਗਜਨੀ ਦਾ ਜਿਹੜਾ ਹੈਗਾ ਸ਼ਾਸਕ ਬਣਦਾ ਹੈਗਾ। ਸ਼ਾਸਕ ਬਣਨ ਤੋਂ ਬਾਅਦ ਜਦੋਂ ਫਸਟ ਇਨਵੇਜ਼ਨ ਕਰਦਾ ਹੈਗਾ 1175 ਈਸਵੀ ਦੇ ਵਿੱਚ ਉਹ ਖੈਬਰ ਪਾਸ, ਇੱਥੇ ਜ਼ਰੂਰ ਯਾਦ ਰੱਖਿਓ ਇਸ ਚੀਜ਼ ਨੂੰ, ਨਾਮ ਨੂੰ ਜ਼ਰੂਰ ਯਾਦ ਰੱਖਿਓ। ਖੈਬਰ ਐਂਡ ਗੰਬੋਲ ਪਾਸ ਦੇ 1175 ਏਡੀ ਦੇ ਵਿੱਚ ਉਹ ਕੀ ਕਰ ਜਾਂਦਾ ਹੈਗਾ, ਇੰਡੀਆ ਦੇ ਵਿੱਚ ਐਂਟਰ ਹੋ ਜਾਂਦਾ ਹੈਗਾ। ਤਾਂ ਤੁਸੀਂ ਯਾਦ ਰੱਖਣਾ ਕਿ 1173 ਦੇ ਵਿੱਚ ਉਹ ਕੀ ਬਣਿਆ ਸੀਗਾ, ਗਜਨੀ ਦਾ ਜਿਹੜਾ ਹੈਗਾ ਸ਼ਾਸਕ ਬਣਿਆ ਸੀ, ਰਾਜਾ ਬਣਿਆ ਸੀਗਾ। ਤਾਂ ਉਹਦਾ ਰੀਅਲ ਨੇਮ ਤੁਹਾਨੂੰ ਬਹੁਤ ਵਾਰੀ ਪੁੱਛ ਸਕਦੇ ਆ, ਸ਼ਹਾਬਦੀਨ ਗੌਰੀ, ਠੀਕ ਹੈ ਜੀ। ਸ਼ਹਾਬਦੀਨ ਮੁਹੰਮਦ ਗੌਰੀ ਵੀ ਕਹਿੰਦੇ ਆ, ਮਾਈਜ਼ੂਦੀਨ ਮੁਹੰਮਦ ਬਿਨ ਜਿਹੜਾ ਹੈਗਾ ਇਹ ਵੀ ਕਹਿੰਦੇ ਆ। ਤਾਂ ਇਹ 1173 ਈਸਵੀ ਦੇ ਵਿੱਚ ਇਹ ਸ਼ਾਸਕ ਬਣਿਆ ਗਜਨੀ ਦਾ। ਪਰ ਜਦੋਂ ਇਹ ਗਜਨੀ ਦਾ ਸ਼ਾਸਕ ਬਣਿਆ ਤਾਂ 1175 ਈਸਵੀ ਦੇ ਵਿੱਚ ਇਹਨੇ ਕੀ ਕੀਤਾ ਜੀ, ਇੰਡੀਆ ਦੇ ਵਿੱਚ ਖੈਬਰ ਪਾਸ, ਗੰਬੋਲ ਪਾਸ। ਤੁਹਾਨੂੰ ਦੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਤੁਹਾਨੂੰ ਕਈ ਵਾਰੀ ਜੇ ਤੁਹਾਨੂੰ ਪੁੱਛਿਆ ਜਾਂਦਾ ਨਾ ਤਾਂ ਵੀ ਮੁਹੰਮਦ ਗੌਰੀ ਸੀ ਤਾਂ ਉਹ ਕਿੱਥੋਂ ਦੀ, ਕਿਹੜੇ ਇੰਡੀਆ ਦੇ ਵਿੱਚ ਕਿਹੜੇ ਪਾਸ ਦੇ ਥਰੂ ਆਇਆ ਸੀ। ਜੇ ਉੱਥੇ ਖੈਬਰ ਪਾਸ ਜੇ ਨਹੀਂ ਲਿਖਿਆ, ਖੈਬਰ ਪਾਸ ਉੱਥੇ ਆਪਸ਼ਨ ਦੇ ਵਿੱਚ ਨਹੀਂ ਹੈਗਾ, ਤਾਂ ਗੰਬੋਲ ਪਾਸ ਜਿਹੜਾ ਹੈਗਾ ਜ਼ਰੂਰ ਹੋਵੇਗਾ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਇਸ ਚੀਜ਼ ਨੂੰ ਬਹੁਤ ਇੰਪੋਰਟੈਂਟ ਇਹ ਚੀਜ਼ਾਂ ਬਣਦੀਆਂ ਨੇ। ਤਾਂ ਗੰਬੋਲ ਪਾਸ ਉੱਥੋਂ ਦੀ ਜ਼ਰੂਰ ਹੋਵੇਗਾ। ਤਾਂ ਗੰਬੋਲ ਪਾਸ ਦੇ ਵਿੱਚ ਦੀ ਜਿਹੜਾ ਹੈਗਾ ਉਹ ਇੰਡੀਆ ਦੇ ਵਿੱਚ ਐਂਟਰ ਕਰ ਗਿਆ ਸੀਗਾ। ਰੀਜ਼ਨ ਕੀ ਸੀਗੇ, ਕਾਰਨ ਕੀ ਸੀਗੇ ਉਹਦੇ ਇੰਡੀਆ ਦੇ ਵਿੱਚ ਆਉਣ ਦੇ, ਉਹਦੇ ਆਪਾਂ ਬਾਰੇ ਵੀ ਆਪਾਂ ਦੇਖ ਲੈਂਦੇ ਹਾਂ। ਬਾਕੀ ਸਾਰਿਆਂ ਦੇ ਕਾਰਨ ਵੀ ਸੇਮ ਸੀਗੇ, ਇਹਨਾਂ ਦਾ ਕਾਰਨ ਵੀ ਜਿਹੜਾ ਹੈਗਾ ਸੇਮ ਸੀਗਾ, ਧਨ ਦੀ ਜਿਹੜੀ ਹੈਗੀ ਆ ਪ੍ਰਾਪਤੀ ਦੇ ਲਈ, ਠੀਕ ਹੈ ਨਾ, ਐਕਸੈਪਟ ਆਫ ਦ ਮਨੀ, ਧਨ ਕੀ ਪ੍ਰਾਪਤੀ ਕੇ ਲਈ ਜਿਹੜਾ ਇਹ ਇੰਡੀਆ ਦੇ ਵਿੱਚ ਆਉਂਦੇ ਸੀਗੇ। ਦੂਸਰਾ ਕੀ ਸੀਗਾ ਕਿ ਸਮਾਜਵਾਦੀ ਦਾ ਮਤਲਬ ਕੀ ਹੈ ਕਿ ਆਪਣੇ ਧਰਮ ਨੂੰ ਵਧਾਉਣ ਵਾਸਤੇ, ਆਪਣੇ ਧਰਮ ਦਾ ਪ੍ਰਚਾਰ ਕਰਨ ਵਾਸਤੇ ਇਹ ਕੀ ਕਰਦੇ ਸੀਗੇ, ਇੰਡੀਆ ਦੇ ਵਿੱਚ ਆਉਂਦੇ ਸੀਗੇ। ਤੇ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ ਕਿਉਂਕਿ ਇੰਪੋਰਟੈਂਟ ਬਣਦੇ ਆ। ਕਾਰਨ ਕੀ ਸੀਗੇ ਉਹਨਾਂ ਦੇ ਇੰਡੀਆ ਦੇ ਵਿੱਚ ਆਉਣ ਦੇ। ਭਾਰਤ ਉੱਪਰ ਹਮਲੇ, ਠੀਕ ਹੈ ਨਾ, ਭਾਰਤ ਦੇ ਉੱਪਰ ਹਮਲਾ ਕਿਹੜੇ ਕਾਰਨਾਂ ਕਰਕੇ ਇਹਨਾਂ ਨੇ ਕੀਤਾ ਸੀ ਉਹਨਾਂ ਬਾਰੇ ਆਪਾਂ ਡਿਸਕਸ ਕਰ ਲੈਂਦੇ ਹਾਂ। ਭਾਰਤ ਉੱਪਰ ਹਮਲਾ ਫਸਟ ਹਮਲਾ ਜੇਕਰ ਗੱਲ ਕੀਤੀ ਜਾਵੇ, ਪਹਿਲਾ ਭਾਰਤ ਦੇ ਉੱਪਰ ਪਹਿਲਾ ਹਮਲਾ ਇਹ 1175 ਹੈ ਜੀ, ਠੀਕ ਹੈ ਜੀ, 1175 ਏਡੀ ਹੈ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। 1175 ਏਡੀ 1175 ਏਡੀ ਦੇ ਵਿੱਚ ਕੀ ਕੀਤਾ ਸੀਗਾ, ਮੁਸਲਮਾਨਾਂ ਨੇ ਪਹਿਲਾ ਹਮਲਾ ਕੀਤਾ ਸੀ ਭਾਰਤ ਦੇ ਉੱਪਰ, ਠੀਕ ਹੈ। ਉਦੋਂ ਕੀ ਕੀਤਾ, ਉਹਨਾਂ ਨੇ ਕੈਪਚਰ ਕੀਤਾ ਸੀ ਮੁਲਤਾਨ ਬਾਏ ਦਾ ਡਿਫੀਟਡ ਦੀ ਕਰਮਾਤੀਆਂ ਨੂੰ ਹਰਾ ਕੇ, ਕਰਮਾਤੀਆ ਇੱਕ ਰਾਜਾ ਹੁੰਦਾ ਸੀ ਉਸ ਸਮੇਂ, ਕਰਮਾਤੀ ਨੂੰ ਹਰਾ ਕੇ ਮੁਲਤਾਨ ਦੇ ਉੱਪਰ ਕਬਜ਼ਾ ਕਰ ਲਿਆ ਸੀਗਾ, ਠੀਕ ਹੈ। ਇਹ ਵੀ ਜ਼ਰੂਰ ਯਾਦ ਰੱਖਿਓ ਕਿ ਮੁਲਤਾਨ ਉੱਪਰ ਪਹਿਲਾ ਹਮਲਾ ਕੀਤਾ ਤਾਂ ਮੁਲਤਾਨ ਦੇ ਵਿੱਚ ਉਦੋਂ ਰਾਜਾ ਸੀਗਾ ਕਰਮਾਤੀਆਂ ਨੂੰ ਹਰਾ ਕੇ ਕੀ ਕੀਤਾ, ਮੁਲਤਾਨ ਦੇ ਉੱਪਰ ਇਹਨਾਂ ਨੇ ਕੀ ਕੀਤਾ, ਕਬਜ਼ਾ ਕਰ ਲਿਆ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਦੂਸਰਾ ਹਮਲਾ ਹੁੰਦਾ ਜੀ, ਦੂਸਰਾ ਹਮਲਾ ਹੁੰਦਾ 1178 ਏਡੀ ਦੇ ਵਿੱਚ। 1178 ਏਡੀ ਦੇ ਵਿੱਚ ਗੁਜਰਾਤ, 1178 ਏਡੀ ਗੁਜਰਾਤ ਪਟਨਾ। ਤੁਹਾਨੂੰ ਇੱਦਾਂ ਵੀ ਪੁੱਛ ਸਕਦੇ ਆ ਕਿ ਗੁਜਰਾਤ ਪਟਨਾ ਇਨਵੇਜ਼ਨ ਕਦੋਂ ਹੋਇਆ, ਗੁਜਰਾਤ ਪਟਨਾ ਦੀ ਲੜਾਈ ਕਦੋਂ ਹੋਈ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਇੱਦਾਂ ਦਾ ਵੀ ਉਹ ਪੁੱਛ ਸਕਦੇ ਆ। ਤਾਂ ਗੁਜਰਾਤ ਪਟਨਾ ਦਾ ਹਮਲਾ ਜਦੋਂ ਹੋਇਆ 1178 ਈਡੀ ਦੇ ਵਿੱਚ ਹੋਇਆ ਸੀ, ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਉਸ ਸਮੇਂ ਚਾਲਕੀਆ ਦਾ ਰਾਜਾ ਜਿਹੜਾ ਹੁੰਦਾ ਸੀਗਾ, ਭੀਮ ਨਾਮ ਦਾ ਜਿਹੜਾ ਹੈਗਾ ਸ਼ਾਸਨ ਚੱਲਦਾ ਸੀਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਗੁਜਰਾਤ ਦੇ ਵਿੱਚ ਜਿਹੜਾ ਸ਼ਾਸਨ ਚੱਲਦਾ ਸੀਗਾ, ਚਾਲਕੀਆ ਦਾ ਰਾਜਾ ਸੀਗਾ ਭੀਮ, ਤਾਂ ਉਸ ਦੇ ਸ਼ਾਸਨ ਸੀਗਾ। ਉਸ ਦੀ ਮਾਤਾ ਦਾ ਜਿਹੜਾ ਹੈਗਾ ਨਾਮ ਸੀਗਾ ਨਾਇਕਾ ਦੇਵੀ, ਠੀਕ ਹੈ ਨਾ, ਉਹ ਰਾਜ ਕਰਦੀ ਸੀਗੀ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇੰਪੋਰਟੈਂਟ ਬਣ ਸਕਦਾ ਗੁਜਰਾਤ। ਦੇਖੋ ਮੈਂ ਇੱਥੇ ਲਿਖ ਦਿੰਦਾ ਥੋੜਾ ਜਿਹਾ, ਚਾਲਕੀਏ ਰਾਜਾ ਭੀਮ, ਇਹਨਾਂ ਦੀ ਮਾਂ ਸੀਗੀ, ਉਹ ਰਾਜ ਕਰਦੀ ਸੀ, ਉਹਦਾ ਨਾਮ ਸੀਗਾ ਨਾਇਕਾ ਦੇਵੀ। ਤਾਂ ਨਾਇਕਾ ਦੇਵੀ ਕੀ ਕਰਦੀ ਸੀ, ਸਾਰਾ ਆਰਾਮ ਧਾਮ ਜਿਹੜਾ ਹੈਗਾ ਰਾਜ ਦੇਖਦੀ ਸੀ, ਰਾਜ ਨੂੰ ਅੱਗੇ ਚਲਾਉਂਦੀ ਸੀ। ਤਾਂ ਉਸ ਤੋਂ ਬਾਅਦ ਸੀਗਾ ਨੈਕਸਟ ਕੀ ਸੀਗਾ ਕਿ ਮਾਊਂਟ ਆਬੂ ਦੇ ਕੋਲ ਜਿਹੜਾ ਹੈਗਾ ਗੌਰੀ ਨੂੰ
ਇਹਦੇ ਦੁਆਰਾ ਕੀ ਕੀਤਾ ਜਾਂਦਾ ਹੈਗਾ, ਮਾਊਂਟ ਆਬੂ ਦੇ 1178 ਈਸਵੀ ਦੇ ਵਿੱਚ ਕੀ ਕੀਤਾ ਜਾਂਦਾ ਹੈ, ਗੌਰੀ ਡਿਫੀਟਡ ਨੀਅਰ ਬਾਈ ਮਾਊਂਟ ਆਬੂ। ਤਾਂ ਫਸਟ ਸਟੇਟ ਜਿਹੜਾ ਹੈਗਾ ਡਿਫੀਟਡ ਇਨ ਇੰਡੀਆ, ਤਾਂ ਮਾਊਂਟ ਆਬੂ ਦੇ ਕੋਲ ਜਿਹੜਾ ਹੈਗਾ ਗੌਰੀ ਨੂੰ ਇਸ ਦੁਆਰਾ ਜਿਹੜਾ ਹੈਗਾ ਹਰਾ ਦਿੱਤਾ ਜਾਂਦਾ। ਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਕਿਉਂਕਿ ਬਹੁਤ ਇੰਪੋਰਟੈਂਟ ਬਣਦੀਆਂ ਨੇ ਇਹ ਚੀਜ਼ਾਂ। ਤਾਂ ਮਾਊਂਟ ਆਬੂ ਦੇ ਪਹਿਲੀ ਵਾਰ ਬੰਦਾ ਇਹ ਹਰਿਆ ਸੀਗਾ ਉਸ ਸਮੇਂ। ਤਾਂ ਉਸ ਤੋਂ ਬਾਅਦ 1103 ਲੜਾਈਆਂ ਹੁੰਦੀਆਂ ਨੇ, ਤਿੰਨ ਬੈਟਲ ਹੁੰਦੀਆਂ ਨੇ। ਸਭ ਤੋਂ ਜ਼ਿਆਦਾ ਇੰਪੋਰਟੈਂਟ ਬੈਟਲ ਜਿਹੜੀਆਂ ਹੈਗੀਆਂ ਇਤਿਹਾਸਕਾਰ ਦੇ ਵਿੱਚ ਮੰਨੀਆਂ ਜਾਂਦੀਆਂ ਨੇ। ਤਾਂ ਸਭ ਤੋਂ ਪਹਿਲੀ ਬੈਟਲ ਜਿਹੜੀ ਹੋਈ ਸੀਗੀ ਉਹ ਕਿਹੜੀ ਸੀਗੀ, 1191 ਦੇ ਵਿੱਚ, 1191 ਏਡੀ ਦੇ ਵਿੱਚ ਜਿਹੜੀ ਹੈਗੀ ਹੈ ਇਹ ਬੈਟਲ ਹੋਈ। 1191 ਏਡੀ ਦੇ ਵਿੱਚ ਹੋਈ ਸੀ ਫਸਟ ਬੈਟਲ ਆਫ ਤਹਿਰੀਨ, ਫਸਟ ਬੈਟਲ ਆਫ ਤਹਿਰੀਨ, ਤਹਿਰੀਨ ਦੀ ਪਹਿਲੀ ਲੜਾਈ। ਸੈਕੰਡ ਬੈਟਲ ਆਫ ਤਹਿਰੀਨ, ਤਹਿਰੀਨ ਦੀ ਦੂਸਰੀ ਲੜਾਈ। ਬੈਟਲ ਆਫ ਚੰਦਾਵਰ, ਚੰਦਾਵਰ ਦੀ ਲੜਾਈ। ਠੀਕ ਹੈ, ਇਹ ਤਿੰਨੇ ਲੜਾਈਆਂ ਮੈਂ ਤੁਹਾਨੂੰ ਦੱਸੂਗਾ ਕਿਹਦੇ ਦੁਆਰਾ ਲੜੀਆਂ ਗਈਆਂ ਸੀ, ਕੌਣ ਸੀ, ਕਿਹਦੇ ਦੁਆਰਾ ਜਿੱਤ ਪ੍ਰਾਪਤ ਕੀਤੀ ਗਈ ਸੀ, ਤੇ ਕਿਹੜੇ ਦੁਆਰਾ ਜਿਹੜਾ ਹੈਗਾ ਇਹ ਲੜਾਈਆਂ ਲੜੀਆਂ ਗਈਆਂ ਸੀ। ਤਾਂ ਸਭ ਤੋਂ ਵੱਧ ਪਹਿਲਾਂ ਇਹਨਾਂ ਨੂੰ ਡਿਸਕਸ ਕਰਦੇ ਹਾਂ। ਤਹਿਰੀਨ ਦੀ ਜਿਹੜੀ ਪਹਿਲੀ ਲੜਾਈ ਸੀ, ਤਹਿਰੀਨ ਦੀ ਜਿਹੜੀ ਪਹਿਲੀ ਲੜਾਈ ਸੀ, ਤਾਂ ਪਹਿਲੀ ਲੜਾਈ ਦੇ ਵਿੱਚ ਜਿਹੜਾ ਹੈਗਾ ਪ੍ਰਿਥਵੀ ਰਾਜ ਚੌਹਾਨ ਦੁਆਰਾ ਲੜੀ ਗਈ ਸੀਗੀ। ਪ੍ਰਿਥਵੀ ਰਾਜ ਚੌਹਾਨ ਪਹਿਲੀ ਲੜਾਈ ਦੇ ਵਿੱਚ ਜਿੱਤ ਜਾਂਦਾ ਹੈਗਾ ਕਿਉਂਕਿ ਸੈਨਾਪਤੀ ਉਹਨਾਂ ਦੇ ਜਿਹੜੇ ਕਿ ਸਕੰਦ ਵਰਗੇ ਜਿਹੜੇ ਉਹਨਾਂ ਦੇ ਨਾਲ ਸੈਨਾਪਤੀ ਸੀਗੇ। ਤਾਂ ਪਹਿਲੀ ਲੜਾਈ ਜਿਹੜੀ ਹੈ ਫਸਟ ਬੈਟਲ ਜਿਹੜੀ ਹੈਗੀ ਹੈ ਤਾਂ ਉਹ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈਗਾ ਜਿੱਤ ਜਾਂਦਾ ਹੈਗਾ। ਸੈਕੰਡ ਕੀ ਹੈ ਕਿ ਸੈਕੰਡ ਲੜਾਈ ਜਿਹੜੀ ਹੋਈ ਸੀਗੀ ਤਾਂ ਦ ਡਿਫੀਟਡ ਆਫ ਪ੍ਰਿਥਵੀ ਰਾਜ ਚੌਹਾਨ ਦੁਬਾਰੇ ਜਿਹੜੀ ਹੈਗੀ ਆ ਦੂਸਰੀ ਲੜਾਈ ਵੀ ਪ੍ਰਿਥਵੀ ਰਾਜ ਚੌਹਾਨ ਦੁਬਾਰਾ ਹੀ ਜਿਹੜੀ ਹੈਗੀ ਆ ਲੜੀ ਗਈ ਸੀਗੀ। ਤਾਂ ਪ੍ਰਿਥਵੀ ਰਾਜ ਸੈਕੰਡ ਲੜਾਈ ਕੀ ਕਰ ਜਾਂਦਾ ਹੈਗਾ, ਲਾਸ ਹੋ ਜਾਂਦਾ ਹੈਗਾ, ਹਾਰ ਜਾਂਦਾ ਹੈਗਾ। ਤਾਂ ਦੂਸਰੀ ਲੜਾਈ, ਪਹਿਲੀ ਲੜਾਈ ਜਿਹੜੀ ਹੈਗੀ ਆ ਪ੍ਰਿਥਵੀ ਰਾਜ ਚੌਹਾਨ ਜਿੱਤ ਜਾਂਦਾ 1191 ਏਡੀ ਦੇ ਵਿੱਚ। ਤਾਂ ਦੂਸਰੀ ਲੜਾਈ 1192 ਈਸਵੀ ਦੇ ਵਿੱਚ ਪ੍ਰਿਥਵੀ ਰਾਜ ਚੌਹਾਨ ਨਾਲ ਦੁਬਾਰੇ ਹੁੰਦੀ ਹੈ ਜੋ ਕਿ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈਗਾ ਹਾਰ ਜਾਂਦਾ ਹੈਗਾ। ਤੀਸਰੀ ਲੜਾਈ ਜਿਹੜੀ 1194 ਦੇ ਵਿੱਚ ਹੋਈ ਸੀ ਬੈਟਲ ਆਫ ਚੰਦਾਵਰ, ਤਾਂ ਕਿਹਦੇ ਨਾਲ ਹੋਈ ਸੀ, ਜੈ ਚੰਦ ਨਾਲ ਹੋਈ ਸੀ। ਜੈ ਚੰਦ ਦਾ ਜਿਹੜਾ ਹੈਗਾ, ਜੈ ਚੰਦ ਵੀ ਕੀ ਹੋ ਜਾਂਦਾ ਜੀ, ਹਾਰ ਜਾਂਦਾ ਹੈਗਾ। ਤਾਂ ਜਦੋਂ 1994 ਦੇ ਵਿੱਚ ਜਦੋਂ ਇਹ ਲੜਾਈਆਂ ਹੋਈਆਂ, ਲੜਾਈਆਂ ਤੋਂ ਬਾਅਦ ਜਦੋਂ 1994 ਦੀ ਜਿੱਤ ਪ੍ਰਾਪਤ ਕੀਤੀ ਗੌਰੀ ਨੇ, ਤਾਂ ਗੌਰੀ ਨੇ ਲక్ష్ਮੀ ਵਾਲੇ ਜਿਹੜੇ ਹੈਗੇ ਆ ਸਿੱਕੇ ਚਲਾਏ ਭਾਰਤ ਦੇ ਵਿੱਚ ਪਹਿਲੀ ਵਾਰ। ਜ਼ਰੂਰ ਯਾਦ ਰੱਖਿਓ, ਦੇਖਿਓ ਇੱਥੇ ਮੈਂ ਮੈਂਸ਼ਨ ਵੀ ਕੀਤਾ ਹੋਇਆ ਕਿ ਲక్ష్ਮੀ ਵਾਲੇ ਜਿਹੜੇ ਹੈਗੇ ਆ ਸਿੱਕੇ ਜਿਹੜੇ ਹੈਗੇ ਚਲਾਏ ਸੀ ਭਾਰਤ ਦੇ ਵਿੱਚ ਕਿਉਂਕਿ ਉਸ ਸਮੇਂ ਜੋ ਵੀ ਜਿਹੜਾ ਹੈਗਾ ਗੜਵਾਲ ਵੰਸ਼ ਸੀਗਾ ਉਸ ਸਮੇਂ ਲక్ష్ਮੀ ਮਾਤਾ ਦੀ ਬਹੁਤ ਜ਼ਿਆਦਾ ਪੂਜਾ ਕਰਦਾ ਸੀਗਾ। ਇਸ ਕਰਕੇ ਜਿਹੜੇ ਹੈਗੇ ਆ ਉਸ ਬੰਦੇ ਨੇ ਕੀ ਕੀਤਾ, ਲక్ష్ਮੀ ਵਾਲੇ ਸਿੱਕੇ ਚਲਾਏ ਸੀ। ਜ਼ਰੂਰ ਯਾਦ ਰੱਖਿਓ ਕਿ 1194 ਦੇ ਵਿੱਚ 1194 ਜਦੋਂ ਲੜਾਈ ਜਿੱਤ ਲਈ ਗਈ ਕਿਹੜੀ, ਜੈ ਚੰਦ ਨਾਲ ਜਦੋਂ ਉਹਨੇ ਲੜਾਈ ਜਿੱਤੀ ਸੀ ਤਾਂ 1194 ਈਸਵੀ ਦੇ ਵਿੱਚ ਗੌਰੀ ਦੁਆਰਾ ਲక్ష్ਮੀ ਵਾਲੇ ਜਿਹੜੇ ਹੈਗੇ ਆ, ਲక్ష్ਮੀ ਵਾਲੇ ਸਿੱਕੇ ਜਿਹੜੇ ਹੈਗੇ ਪੂਰੇ ਭਾਰਤ ਦੇ ਵਿੱਚ ਚਲਾਏ ਗਏ ਸੀ। ਕਿਉਂਕਿ ਉਸ ਸਮੇਂ ਜੋ ਵੀ ਗੁੜਵਾਲ ਵੰਸ਼ ਸੀਗਾ, ਇੱਕ ਗੁੜਵਾਲ ਵੰਸ਼ ਅਲੱਗ ਹੁੰਦਾ ਸੀਗਾ। ਤਾਂ ਗੁੜਵਾਲ ਵੰਸ਼ ਕੀ ਕਰਦਾ ਸੀਗਾ, ਤਾਂ ਗੁੜਵਾਲ ਵੰਸ਼ ਕੀ ਸੀਗਾ ਕਿ ਉਹਦੇ ਵਿੱਚ ਲక్ష్ਮੀ ਮਾਤਾ ਜਿਹੜੀ ਹੈਗੀ ਸੀ ਉਹਦੀ ਜ਼ਿਆਦਾ ਪੂਜਾ ਕੀਤੀ ਜਾਂਦੀ ਸੀ। ਤਾਂ ਕਰਕੇ ਜਿਹੜੇ ਹੈਗੇ ਉਸ ਬੰਦੇ ਨੇ ਕੀ ਕੀਤਾ, ਲక్ష్ਮੀ ਵਾਲੇ ਜਿਹੜੇ ਹੈਗੇ ਸਿੱਕੇ ਚਲਾਏ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਨੈਕਸਟ ਕੀ ਹੈ ਕਿ ਇੱਕ ਹੋਰ ਥੋੜਾ ਜਿਹਾ ਤੁਹਾਨੂੰ ਦੱਸ ਦੇਣਾ, ਇਸ ਦੁਆਰਾ ਕੀ ਕੀਤਾ ਗਿਆ ਸੀਗਾ, ਜਿਹੜਾ ਐਬਕ ਸੀਗਾ, ਐਬਕ ਜਿਹੜਾ ਹੈਗਾ ਸੀ ਕੁਤਬਦੀਨ ਐਬਕ ਸੀ। ਅੱਗੇ ਇਹਦਾ ਬਹੁਤ ਹੀ ਚਹੇਤਾ ਬੰਦਾ ਸੀ। ਮੈਂ ਦੱਸੂਗਾ ਕਿਹੜੇ ਇਹਦੇ ਸਭ ਤੋਂ ਜ਼ਿਆਦਾ ਸੈਨਿਕ ਜਿਹੜੇ ਹੈਗੇ ਆ ਬਹੁਤ ਜ਼ਿਆਦਾ ਵਧੀਆ ਰਹੇ ਨੇ। ਤਾਂ ਉਹਨੂੰ ਕੀ ਕੀਤਾ ਸੀਗਾ, ਕਲੇਜ਼ਰ ਅਭਿਆਨ ਲਈ ਵੀ ਭੇਜਿਆ ਸੀਗਾ। ਚੰਦੇਲ ਦਾ ਰਾਜਾ ਜਿਹੜਾ ਹੈਗਾ ਪਰਮਦਿਆ ਨੂੰ ਇਸ ਬੰਦੇ ਨੇ ਹਰਾਇਆ ਸੀਗਾ। ਤਾਂ ਇਹ ਚੀਜ਼ਾਂ ਨੂੰ ਜ਼ਰੂਰ ਯਾਦ ਰੱਖਿਓ। 1203 ਦੀ ਜਿਹੜੀ ਹੈਗੀ ਹੈ ਗੱਲ ਹੈ, 1203 ਦੇ ਵਿੱਚ ਕੀ ਕੀਤਾ ਸੀਗਾ, ਐਬਕ ਜਿਹੜਾ ਹੈਗਾ ਸੀ, ਐਬਕ ਕੁਤਬਦੀਨ ਐਬਕ ਜਿਹੜਾ ਹੈਗਾ ਸੀ, ਤਾਂ ਉਸ ਬੰਦੇ ਨੂੰ ਕਲੇਜ਼ਰ ਅਭਿਆਨ ਜਿਹੜਾ ਹੋਇਆ ਸੀ ਉਹਦੇ ਵਿੱਚ ਜਿਹੜਾ ਹੈਗਾ ਇਸ ਬੰਦੇ ਨੇ ਪਾਰਟਿਸਿਪੇਟ ਕੀਤਾ ਸੀਗਾ। ਉਸ ਕਲੇਜ਼ਰ ਅਭਿਆਨ ਦੇ ਵਿੱਚ ਜਿਹੜਾ ਹੈਗਾ ਅਭਿਆਨ ਲਈ ਭੇਜਿਆ ਗਿਆ ਸੀਗਾ। ਚੰਦੇਲ ਦਾ ਰਾਜਾ ਜਿਹੜਾ ਹੈਗਾ ਪਰਮ ਵਿਦਿਆਵਾ ਨੂੰ ਜਿਹੜਾ ਹੈਗਾ ਉਸ ਬੰਦੇ ਦੁਆਰਾ ਐਬਕ ਦੁਆਰਾ ਕੀ ਕੀਤਾ ਗਿਆ ਸੀਗਾ, ਹਰਾਇਆ ਗਿਆ ਸੀ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। 1203 ਦਾ ਇਤਿਹਾਸ ਹੈਗਾ। ਥੋੜਾ ਜਿਹਾ ਗੱਲਬਾਤ ਆਪਾਂ ਕਰ ਲੈਂਦੇ ਆ, ਥੋੜੀ ਜਿਹੀ ਗੱਲਬਾਤ ਕਰ ਲੈਂਦੇ ਆਪਾਂ ਪ੍ਰਿਥਵੀ ਰਾਜ ਚੌਹਾਨ ਬਾਰੇ। ਪ੍ਰਿਥਵੀ ਰਾਜ ਚੌਹਾਨ ਕੌਣ ਸੀ, ਇੱਕ ਮੂਵੀ ਆ ਰਹੀ ਹੈ। ਦੇਖੋ ਮੈਂ ਹਰ ਇੱਕ ਬੰਦੇ ਨੂੰ ਇੱਕ ਗੱਲ ਜ਼ਰੂਰ ਦੱਸ ਦਿੰਦਾ, ਹਰ ਇੱਕ ਸਟੂਡੈਂਟ ਨੂੰ ਇੱਕ ਗੱਲ ਜ਼ਰੂਰ ਦੱਸ ਦਿੰਦਾ ਕਿ ਕੋਈ ਵੀ ਹਿਸਟਰੀ ਦੇ ਵਿੱਚ ਕੋਈ ਵੀ ਮੂਵੀ ਹੈ, ਦੇਖੋ ਜੇਕਰ ਤੁਸੀਂ ਹਿਸਟਰੀ ਯਾਦ ਰੱਖਣੀ ਆ ਪਹਿਲਾਂ ਉਹਦੀਆਂ
ਤੁਹਾਨੂੰ ਥਿਉਰੀ ਦਾ ਪਤਾ ਹੋਣਾ ਚਾਹੀਦਾ। ਨਹੀਂ ਤੁਹਾਨੂੰ ਥਿਉਰੀ ਸਮਝ ਆਉਂਦੀ, ਇੰਟਰਸਟਿੰਗ ਲੱਗਦੀ, ਦੇਖੋ ਏਸ਼ੀਅੰਟ ਹਿਸਟਰੀ ਦੇ ਵਿੱਚ ਕਾਫੀ ਸਾਰੀਆਂ ਮੂਵੀਆਂ ਜਿਹੜੀਆਂ ਹੈਗੀਆਂ ਬਣੀਆਂ ਹੋਈਆਂ ਨੇ। ਏਸ਼ੀਅੰਟ ਹਿਸਟਰੀ ਦੇ ਵਿੱਚ ਜਿਹੜੀ ਹੈਗੀ ਆ ਮੋਹਨਜੋਦੜੋ, ਠੀਕ ਹੈ ਜੀ। ਮੈਡੀਏਵਲ ਦੇ ਵਿੱਚ ਬਹੁਤ ਸਾਰੀਆਂ ਮੂਵੀਆਂ ਆਈਆਂ। ਮੈਡੀਏਵਲ ਦੇ ਵਿੱਚ ਤਾਂ ਜਿਹੜੇ ਹੈਗੇ ਆ ਪਦਮਾਵਤੀ ਦੇਖ ਲਓ, ਠੀਕ ਹੈ ਜੀ। ਪਦਮਾਵਤੀ ਦੇ ਉੱਪਰ ਮੂਵੀ ਆਈ ਹੈ, ਪਦਮਾਵਤੀ ਬਹੁਤ ਫੇਮਸ ਹੋਈ ਹੈ। ਪ੍ਰਿਥਵੀ ਰਾਜ ਚੌਹਾਨ ਦੇ ਉੱਪਰ ਮੂਵੀ ਆ ਰਹੀ ਹੈ, ਜੋ ਕਿ ਅਕਸ਼ੇ ਕੁਮਾਰ ਜਿਹੜਾ ਹੈਗਾ ਉਸ ਦਿਨ ਰੋਲ ਨੂੰ ਅਦਾ ਕਰ ਰਹੇ ਆ, ਠੀਕ ਹੈ। ਪਾਣੀਪਤ ਜਿਹੜੀ ਹੈਗੀ ਆ, ਪਾਣੀਪਤ ਦੀ 1526 ਦੀ ਲੜਾਈ ਜਿਹੜੀ ਹੈਗੀ ਆ, ਪਾਣੀਪਤ ਦੀ ਜਿਹੜੀ ਹੈਗੀ ਆ ਉਹ ਵੀ ਮੂਵੀ ਆਈ। ਦੇਖੋ ਜਿੰਨੀਆਂ ਵੀ ਮੂਵੀਆਂ ਨੇ ਜ਼ਰੂਰ ਦੇਖੋ, ਤੁਹਾਨੂੰ ਕੋਈ ਨਾ ਕੋਈ ਇਤਿਹਾਸ ਜਿਹੜਾ ਹੈਗਾ 5 7 10% 20% ਤੁਹਾਨੂੰ ਜ਼ਰੂਰ ਯਾਦ ਹੋ ਜਾਣਾ ਹੈ ਉਹਦੇ ਵਿੱਚੋਂ। ਤਾਂ ਹਰੇਕ ਮੂਵੀ ਤੁਸੀਂ ਮੈਡੀਏਵਲ ਹਿਸਟਰੀ ਦੇਖਣੀ ਹੈ, ਤੁਹਾਨੂੰ ਮੈਡੀਏਵਲ ਹਿਸਟਰੀ ਦੇ ਵਿੱਚ ਜਿਹੜਾ ਹੈਗਾ ਖਿਲਜੀ ਵੰਸ਼ ਜਿਹੜਾ ਹੈਗਾ ਯਾਦ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਖਿਲਜੀ ਵੰਸ਼ ਕਿਵੇਂ ਬਣਿਆ, ਕਿਵੇਂ ਖਿਲਜੀ ਵੰਸ਼ ਆਇਆ, ਖਿਲਜੀ ਵੰਸ਼ ਦੇ ਵਿੱਚ ਸਭ ਤੋਂ ਪਹਿਲਾਂ ਕੌਣ ਸੀ, ਫਿਰ ਸੈਕਿੰਡ 'ਤੇ ਕੌਣ ਆਇਆ, ਕਿੱਥੋਂ ਤੱਕ ਖਿਲਜੀ ਵੰਸ਼ ਚੱਲਿਆ, ਹੈ ਨਾ। ਤਾਂ ਉਹ ਹਰ ਇੱਕ ਚੀਜ਼ ਬਾਰੇ ਤੁਹਾਨੂੰ ਜਿਹੜਾ ਹੈਗਾ ਉਹਦੇ ਵਿੱਚ ਨੌਲੇਜ ਜ਼ਰੂਰ ਦਿੱਤੀ ਜਾਊਗੀ। ਤਾਂ ਮੈਂ ਜੇਕਰ ਪ੍ਰਿਥਵੀ ਰਾਜ ਚੌਹਾਨ ਬਾਰੇ ਗੱਲ ਕੀਤੀ ਜਾਵੇ, ਬਹੁਤ ਹੀ ਜਿਹੜਾ ਹੈਗਾ ਵਧੀਆ ਬੰਦਾ ਸੀਗਾ, ਬਹੁਤ ਹੀ ਨਿਧੜਕ ਜਿਹੜਾ ਆਪਾਂ ਕਹਿ ਸਕਦੇ ਹਾਂ, ਨਿਡਰ ਬੰਦਾ ਸੀਗਾ। ਤਾਂ ਪ੍ਰਿਥਵੀ ਰਾਜ ਚੌਹਾਨ ਦੀ ਵੀ ਜਿਹੜੀ ਹੈਗੀ ਇੱਕ ਮੂਵੀ ਆ ਰਹੀ ਹੈ, ਤਾਂ ਉਸ ਮੂਵੀ ਨੂੰ ਵੀ ਜਿਹੜਾ ਹੈਗਾ ਤੁਸੀਂ ਜ਼ਰੂਰ ਦੇਖਿਓ, ਕਿਉਂਕਿ ਕਾਫੀ ਸਾਰਾ ਇਤਿਹਾਸ ਤੁਹਾਨੂੰ ਜਿਹੜਾ ਹੈਗਾ ਮੂਵੀ ਦੇ ਵਿੱਚੋਂ ਦੇਖਣ ਨੂੰ ਮਿਲੇਗਾ। ਤਾਂ ਪ੍ਰਿਥਵੀ ਰਾਜ ਚੌਹਾਨ ਦੀ ਗੱਲ ਕੀਤੀ ਜਾਵੇ ਤਾਂ ਪ੍ਰਿਥਵੀ ਰਾਜ ਚੌਹਾਨ ਜਿਹੜਾ ਹੈਗਾ ਰਾਏ ਪਿਥੌਰਾ ਸੀਗਾ। ਓਰੀਜਨਲ ਨੇਮ ਕੀ ਸੀਗਾ? ਪ੍ਰਿਥਵੀ ਰਾਜ ਜਿਹੜਾ ਹੈਗਾ ਥਰਡ, ਪ੍ਰਿਥਵੀ ਰਾਜ ਜਿਹੜਾ ਹੈਗਾ ਥਰਡ ਇਹਦਾ ਨਾਮ ਜਿਹੜਾ ਰੱਖਿਆ ਗਿਆ ਸੀਗਾ। ਮੂਲ ਨਾਮ ਜਿਹੜਾ ਹੈਗਾ ਪ੍ਰਿਥਵੀ ਰਾਜ ਚੌਹਾਨ ਥਰਡ ਸੀਗਾ। ਤਾਂ ਇਸ ਬੰਦੇ ਨੇ ਉਸਨੇ ਦਿੱਲੀ ਜਿਹੜਾ ਹੈਗਾ, ਦਿੱਲੀ ਤੋਂ ਦਿੱਲੀ ਤੇ ਅਜਮੇਰ ਲਈ ਸ਼ਾਸਕ ਜਿਹੜਾ ਹੈਗਾ ਜੇ ਆਨੰਦਪਾਲਾ ਜਿਹੜਾ ਹੈਗਾ ਟੋਪਰ ਜਿਹੜਾ ਨੂੰ ਬਣਾਇਆ ਗਿਆ ਸੀਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਸੈਕਿੰਡ ਕੀ ਸੀਗਾ ਕਿ ਉਸ ਦੁਆਰਾ ਚੰਦੇਲ ਦਾ ਸ਼ਾਸਕ ਜਿਹੜਾ ਹੈਗਾ ਪਰਮਾਦੋ ਹਰਾ ਨੂੰ ਜਿਹੜਾ ਹੈਗਾ ਹਰਾ ਕੇ ਸੈਨਾਪਤੀ ਜਿਹੜਾ ਅਲਾ ਅਤੇ ਉਦਾਲ ਦੀ ਮੌਤ ਹੋ ਗਈ ਸੀ ਉਸ ਸਮੇਂ। ਤਾਂ ਉਹ ਜਿਹੜਾ ਹੈਗਾ ਉਸ ਬੰਦੇ ਨੂੰ ਇਸ ਦੁਆਰਾ ਹਰਾਇਆ ਗਿਆ ਸੀ। ਚੰਦੇਲ ਦੇ ਸ਼ਾਸਕ ਨੂੰ ਜਿਹੜਾ ਹੈਗਾ ਪ੍ਰਿਥਵੀ ਰਾਜ ਚੌਹਾਨ ਦੁਆਰਾ ਹਰਾਇਆ ਗਿਆ ਸੀਗਾ। ਉਸ ਤੋਂ ਬਾਅਦ ਸੀਗਾ ਥਰਡ ਜਿਹੜੇ ਜੇਕਰ ਫੋਰਥ ਦੀ ਗੱਲ ਪੁਆਇੰਟ ਦੀ ਗੱਲ ਕੀਤੀ ਜਾਵੇ ਕਿ ਬੁੱਕ ਕਿਹੜੀ ਸੀ, ਜਿਹੜਾ ਆਪਾਂ ਨੂੰ ਇਤਿਹਾਸ ਜਿਹੜਾ ਇਹਦਾ ਮਿਲਦਾ ਹੈਗਾ, ਇਹਦੀ ਇਤਿਹਾਸ ਜਿਹੜਾ ਹੈਗਾ ਉਹ ਕਿਹੜੀ ਚੀਜ਼ ਦੇ ਵਿੱਚੋਂ ਆਪਾਂ ਨੂੰ ਮਿਲਦਾ ਹੈਗਾ ਪ੍ਰਿਥਵੀ ਰਾਜ ਚੌਹਾਨ ਦਾ। ਤਾਂ ਉਸ ਬੰਦੇ ਦੇ ਇੱਕ ਦਰਬਾਰੀ ਕਵੀ ਸੀਗਾ, ਦਰਬਾਰੀ ਸੀਗਾ, ਤਾਂ ਉਸ ਦਾ ਨਾਂ ਸੀਗਾ ਚੰਦਰ ਬਰਦਾਈ। ਚੰਦਰ ਬਰਦਾਈ ਦੁਆਰਾ ਇੱਕ ਕਿਤਾਬ ਲਿਖੀ ਗਈ ਸੀਗੀ ਪ੍ਰਿਥਵੀ ਰਾਜੋਸ਼। ਪ੍ਰਿਥਵੀ ਰਾਜੋਸ਼ ਦੇ ਵਿੱਚੋਂ ਜਿਹੜਾ ਹੈਗਾ ਇਹਦਾ ਪੂਰਾ ਇਤਿਹਾਸ ਮਿਲਦਾ ਆਪਾਂ ਨੂੰ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਕਿ ਪ੍ਰਿਥਵੀ ਰਾਜੋਸ਼ ਦੁਆਰਾ ਜਿਹੜੀ ਹੈਗੀ ਹੈ ਉਹ ਕਿਤਾਬ ਲਿਖੀ ਗਈ ਸੀਗੀ ਚੰਦਰ ਬਰਦਾਈ ਦੁਆਰਾ, ਕਿਉਂਕਿ ਚੰਦਰ ਬਰਦਾਈ ਕੀ ਸੀਗਾ? ਦਰਬਾਰੀ ਕਵੀ ਸੀਗਾ ਕਿਹਦਾ? ਪ੍ਰਿਥਵੀ ਰਾਜ ਚੌਹਾਨ ਦਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਅਪੋਨੈਂਟ ਬਣ ਸਕਦਾ ਹੈਗਾ। 1203 ਦੇ ਵਿੱਚ ਜਿਹੜਾ ਹੈਗਾ ਐਬਕ ਦੁਆਰਾ ਕਲੇਜ਼ਰ ਅਭਿਆਨ ਚਲਾਇਆ ਗਿਆ ਸੀਗਾ, ਠੀਕ ਹੈ। ਉਹ ਪ੍ਰਿਥਵੀ ਰਾਜ ਚੌਹਾਨ ਦਾ ਸੀ। ਉਸ ਤੋਂ ਬਾਅਦ ਦੁਬਾਰਾ ਆਪਾਂ ਜਿਹੜਾ ਹੈਗਾ ਉੱਥੇ ਆਪਣੇ ਪੁਆਇੰਟ ਤੇ ਦੁਬਾਰਾ ਵਾਪਸ ਆਉਣੇ ਆ ਕਿ 1203 ਦੇ ਵਿੱਚ ਜਿਹੜਾ ਹੈਗਾ ਐਬਕ ਦੁਆਰਾ ਕਲੇਜ਼ਰ ਅਭਿਆਨ ਚਲਾਇਆ ਗਿਆ ਸੀਗਾ। ਚੰਦੇਲ ਦੇ ਰੂਲਰ ਨੂੰ ਡਿਫੀਟ ਕੀਤਾ ਸੀਗਾ। ਪਰਮਦੇਵਾ ਜਿਹੜਾ ਹੈਗਾ ਚੰਦੇਲ ਦਾ ਸ਼ਾਸਕ ਸੀਗਾ, ਪਰਮਦੇਵਿਆ ਨੂੰ ਹਰਾਇਆ ਸੀਗਾ ਇਸ ਦੁਆਰਾ। ਕਿਹਦੇ ਦੁਆਰਾ? ਗੌਰੀ ਦੁਆਰਾ। ਗੌਰੀ ਦੀ ਗੱਲ ਕਰ ਰਹੇ ਆ, ਮੁਹੰਮਦ ਗੌਰੀ ਦੀ ਗੱਲ ਕਰ ਰਹੇ ਆ, ਠੀਕ ਹੈ ਨਾ। ਉਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਤੇ ਗੌਰੀ ਜਿਹੜਾ ਹੈਗਾ ਖੁਖਾਰ ਸਰਦਾਰ ਦੁਆਰਾ ਕੀ ਕੀਤਾ ਜਾਂਦਾ ਹੈਗਾ 15/3/1206 15/3/1206 ਦੇ ਵਿੱਚ ਕੀ ਹੋ ਜਾਂਦਾ? ਗੌਰੀ ਦੀ ਡੈਥ ਹੋ ਜਾਂਦੀ ਹੈ। ਖੋਖਾਰ ਸਰਦਾਰਾਂ ਦੁਆਰਾ ਜਿਹੜੀ ਹੈਗੀ ਹੈ ਗੌਰੀ ਦੀ ਡੈਥ ਕਰ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਕਿ 1206 ਦੇ ਵਿੱਚ ਜਿਹੜੀ ਹੈਗੀ ਹੈ ਇਹਦੀ ਡੈਥ ਹੋ ਜਾਂਦੀ ਹੈ। ਤਾਂ ਦਿੱਲੀ ਜਿਹੜਾ ਹੈਗਾ ਦਿੱਲੀ ਸੁਲਤਾਨਤ ਆਫ ਇੰਡੀਆ ਇਸ ਤੋਂ ਬਾਅਦ ਜਿਹੜੀ ਹੈਗੀ ਹੈ ਦਿੱਲੀ ਸੁਲਤਾਨਤ ਦਾ ਸਮਾਂ ਸਟਾਰਟ ਹੁੰਦਾ ਹੈਗਾ। ਤਾਂ ਦਿੱਲੀ ਸੁਲਤਾਨਤ ਦਾ ਰਾਜ ਕਾਇਮ ਹੁੰਦਾ ਹੈ ਜਦੋਂ ਗੌਰੀ ਦੀ ਡੈਥ ਹੋ ਜਾਂਦੀ ਹੈ। ਤਾਂ ਗੌਰੀ ਦੀ ਡੈਥ ਤੋਂ ਬਾਅਦ, ਠੀਕ ਹੈ ਜੀ, ਦਿੱਲੀ ਸੁਲਤਾਨਤ ਜਿਹੜੀ ਹੈਗੀ ਹੈ ਉਹ ਸ਼ੁਰੂਆਤ ਹੋ ਜਾਂਦੀ ਹੈ। ਦਿੱਲੀ ਸੁਲਤਾਨਤ ਦੀ ਜਿਹੜੀ ਸ਼ੁਰੂਆਤ ਕਰਨ ਵਾਲਾ ਸਭ ਤੋਂ ਪਹਿਲਾ ਬੰਦਾ ਹੁੰਦਾ ਹੈ, ਉਹ ਸਭ ਤੋਂ ਜ਼ਿਆਦਾ ਚਹੇਤਾ ਹੁੰਦਾ ਕਿਹਦਾ? ਗੌਰੀ ਦਾ।
ਉਹੀ ਬੰਦਾ ਕੀ ਕਰਦਾ ਹੈਗਾ, ਦਿੱਲੀ ਸੁਲਤਾਨਤ ਨੂੰ ਕਾਇਮ ਕਰਦਾ ਹੈਗਾ। ਦਿੱਲੀ ਸੁਲਤਾਨਤ ਬਾਰੇ ਦੇਖ ਲੈਂਦੇ ਆ। ਦਿੱਲੀ ਸੁਲਤਾਨਤ ਦੇ ਵਿੱਚ 5 ਡਾਇਨੈਸਟੀਆਂ ਰਹੀਆਂ ਸੀਗੀਆਂ, 5 ਵੰਸ਼ ਰਹੇ ਸੀਗੇ। ਜੇਕਰ ਗੱਲ ਕੀਤੀ ਜਾਵੇ ਕਿ 5 ਵੰਸ਼ਾਂ ਨੇ ਜਿਹੜਾ ਹੈਗਾ ਰਾਜ ਕੀਤਾ ਸੀ, ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦਿਓ। ਮੈਂ ਤੁਹਾਨੂੰ ਦੱਸਿਆ ਕਿ 5 ਵੰਸ਼ ਸੀ ਤੇ ਰਾਜੇ ਕਿੰਨੇ ਸੀ, ਫਿਰ ਤੇ ਕਿੰਨੇ ਰਾਜੇ ਸੀ, ਤਾਂ ਕਿੰਨੇ ਰਾਜੇ ਸੀਗੇ। 5 ਵੰਸ਼ ਸੀ ਤਾਂ ਰਾਜੇ ਕਿੰਨੇ ਸੀ, ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ। ਤੁਹਾਨੂੰ ਹਰੇਕ ਕੈਂਡੀਡੇਟ ਨੇ ਜਿੰਨੇ ਵੀ ਵੀਡੀਓ ਦੇਖਣਗੇ ਤਾਂ ਤੁਹਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ 5 ਡਾਇਨੈਸਟੀ, 5 ਵੰਸ਼ ਅਤੇ ਰਾਜੇ ਕਿੰਨੇ ਸੀ ਪੂਰੇ ਦਿੱਲੀ ਸੁਲਤਾਨਤ ਦੇ ਵਿੱਚ। ਗੱਲ ਕੀਤੀ ਜਾਂਦੀ ਹੈ 1526 ਤੱਕ ਜਿੰਨੇ ਰਾਜੇ ਰਹੇ ਆ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿੰਨੇ ਰਾਜੇ ਸੀਗੇ। ਮੈਂ ਤੁਹਾਨੂੰ ਆਪਸ਼ਨ ਦੱਸ ਦਿਓ, ਠੀਕ ਹੈ। ਆਪਸ਼ਨ 1 ਤੁਹਾਨੂੰ ਆਪਸ਼ਨ ਜਿਹੜੀ ਹੈਗੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ, ਠੀਕ ਹੈ। ਕਿੰਨੇ ਸੀਗੇ? 30 ਸੀ, ਏ ਆਪਸ਼ਨ 30, ਬੀ ਆਪਸ਼ਨ 35, ਸੀ ਆਪਸ਼ਨ 40, ਡੀ ਆਪਸ਼ਨ ਜਿਹੜਾ ਹੈਗਾ 45। ਇਹਨਾਂ ਦੇ ਵਿੱਚੋਂ ਇੱਕ ਤੁਸੀਂ ਆਪਸ਼ਨ ਜ਼ਰੂਰ ਦੱਸਣੀ ਆ ਕਿ ਕਿੰਨੇ ਰਾਜਿਆਂ ਨੇ ਜਿਹੜਾ ਹੈਗਾ ਰਾਜ ਕੀਤਾ ਸੀਗਾ ਦਿੱਲੀ ਸੁਲਤਾਨਤ ਦੇ ਵਿੱਚ। ਤਾਂ ਇਸ ਚੀਜ਼ ਨੂੰ ਜ਼ਰੂਰ ਯਾਦ ਰੱਖਿਓ। ਸਭ ਤੋਂ ਪਹਿਲਾਂ ਜਿਹੜੀ ਡਾਇਨੈਸਟੀ ਸੀਗੀ ਸਲੇਬ ਡਾਇਨੈਸਟੀ ਕਿਹਾ ਜਾਂਦਾ ਸੀਗਾ। ਸਲੇਬ ਦਾ ਮਤਲਬ ਹੁੰਦਾ ਸੀ ਗੁਲਾਮ ਵੰਸ਼। ਸਲੇਬ ਦਾ ਮਤਲਬ ਕੀ ਹੁੰਦਾ ਸੀਗਾ? ਗੁਲਾਮ ਵੰਸ਼ ਹੁੰਦਾ ਸੀਗਾ। ਤਾਂ ਸਭ ਤੋਂ ਪਹਿਲੀ ਜਿਹੜੀ ਡਾਇਨੈਸਟੀ ਸਟਾਰਟ ਕੀਤੀ ਗਈ ਸੀ ਉਹ ਸੀਗੀ ਸਲੇਬ ਡਾਇਨੈਸਟੀ। ਸਲੇਬ ਡਾਇਨੈਸਟੀ ਜਿਹੜੀ ਹੈਗੀ ਆ ਸਭ ਤੋਂ ਪਹਿਲੀ ਡਾਇਨੈਸਟੀ ਰਹੀ ਸੀ ਜੋ ਕਿ 1206 ਤੋਂ ਲੈ ਕੇ 1290 ਤੱਕ ਜਿਹੜੀ ਹੈਗੀ ਹੈ ਇਹ ਡਾਇਨੈਸਟੀ ਨੇ ਰਾਜ ਕੀਤਾ ਸੀਗਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। 1206 ਤੋਂ ਲੈ ਕੇ 1290 ਤੱਕ ਇਸ ਨੇ ਰਾਜ ਕੀਤਾ ਸੀ। ਤਾਂ ਮਤਲਬ ਕਿ 84 ਸਾਲ ਜਿਹੜਾ ਹੈਗਾ ਇਸ ਡਾਇਨੈਸਟੀ ਨੇ ਰਾਜ ਕਾਇਮ ਕੀਤਾ ਪੂਰੇ ਭਾਰਤ ਦੇ ਵਿੱਚ। ਤਾਂ ਸੈਕੰਡ ਕਿਹੜੀ ਸੀਗੀ? ਸੈਕੰਡ ਸੀਗੀ ਜੀ ਖਿਲਜੀ ਡਾਇਨੈਸਟੀ। ਵੈਰੀ ਇੰਪੋਰਟੈਂਟ ਬਣੇਗਾ ਖਿਲਜੀ ਡਾਇਨੈਸਟੀ। ਤਾਂ 1290 ਤੋਂ ਲੈ ਕੇ 1290 ਪਾਇਓ ਇੱਥੇ, 1290 ਤੋਂ ਲੈ ਕੇ 1320 ਤੱਕ ਜਿਹੜੀ ਇਸ ਡਾਇਨੈਸਟੀ ਨੇ ਰਾਜ ਕੀਤਾ ਸੀਗਾ। ਤਾਂ ਕਿੰਨੇ ਸਾਲ ਹੋ ਗਿਆ? ਤਾਂ ਕਿੰਨੇ ਸਾਲ ਹੋ ਗਿਆ ਕਿ 30 ਸਾਲ, ਸਿਰਫ 30 ਸਾਲ ਇਸ ਡਾਇਨੈਸਟੀ ਹੀ ਰਾਜ ਕਰ ਸਕੀ ਹੈ। ਤੇ ਇਸ ਦਾ ਟਾਈਮ ਪੀਰੀਅਡ ਵੀ ਜ਼ਰੂਰ ਯਾਦ ਰੱਖਿਓ। ਉਸ ਤੋਂ ਬਾਅਦ ਆਉਂਦੀ ਹੈ ਜੀ, ਉਸ ਤੋਂ ਬਾਅਦ ਆਉਂਦੀ ਹੈ ਤੁਗਲਕ ਡਾਇਨੈਸਟੀ। ਤੁਗਲਕ ਡਾਇਨੈਸਟੀ, ਤੁਗਲਕ ਰਾਜਵੰਸ਼ ਜਿਹਨੂੰ ਆਪਾਂ ਕਹਿ ਸਕਦੇ ਹਾਂ 1320 ਤੋਂ ਲੈ ਕੇ 1414 ਤੱਕ ਇਹਦਾ ਜਿਹੜਾ ਰਾਜ ਰਿਹਾ ਸੀ। 1320 ਤੋਂ ਲੈ ਕੇ 1414 ਤੱਕ ਜਿਹੜਾ ਹੈਗਾ ਇਹ ਡਾਇਨੈਸਟੀ ਕਾਇਮ ਰਹੀ ਸੀ। ਤਾਂ ਇਸ ਦਾ ਜਿਹੜਾ ਰਾਜ ਕਿੰਨੇ ਸਾਲ ਰਿਹਾਗਾ, ਤਾਂ ਇਸ ਦਾ ਰਾਜ ਕਿੰਨੇ ਸਾਲ ਰਿਹਾ ਹੈ ਤਾਂ ਉਹ ਜ਼ਰੂਰ ਦੇਖਿਓ। ਤਾਂ ਇਹਦਾ ਰਾਜ ਜਿਹੜਾ ਹੈਗਾ 94 ਈਅਰ, 94 ਸਾਲ ਜਿਹੜਾ ਹੈਗਾ ਇਹਨੇ ਰਾਜ ਕੀਤਾ ਹੈ। ਉਸ ਤੋਂ ਨੈਕਸਟ ਜਿਹੜੀ ਡਾਇਨੈਸਟੀ ਆਉਂਦੀ ਹੈ ਸ਼ਹਿਦ ਡਾਇਨੈਸਟੀ। ਸ਼ਹਿਦ ਡਾਇਨੈਸਟੀ ਰਾਜਵੰਸ਼ ਜਿਹੜਾ ਹੈਗਾ 1414 ਦੇ ਵਿੱਚ ਸਟਾਰਟ ਹੋਇਆ ਸੀ। 1450 ਦੇ ਵਿੱਚ ਜਿਹੜਾ ਹੈਗਾ ਇਹ ਖਤਮ ਹੋ ਚੁੱਕਿਆ ਸੀਗਾ। ਤਾਂ ਇਸ ਡਾਇਨੈਸਟੀ ਨੇ ਕਿੰਨੇ ਸਾਲ ਰਾਜ ਕੀਤਾ? ਤਾਂ ਇਸ ਡਾਇਨੈਸਟੀ ਨੇ 36 ਸਾਲ ਰਾਜ ਕੀਤਾਗਾ। ਤਾਂ ਲੋਧੀ ਵੰਸ਼, ਲੋਧੀ ਡਾਇਨੈਸਟੀ, ਲੋਧੀ ਰਾਜਵੰਸ਼ ਜਿਹੜਾ ਆਪਾਂ ਕਹਿ ਸਕਦੇ ਹਾਂ ਲਾਸਟ ਡਾਇਨੈਸਟੀ ਰਹੀ ਸੀ। ਉਸ ਤੋਂ ਬਾਅਦ ਮੁਗਲ ਆ ਗਏ ਸੀਗੇ। ਤਾਂ ਉਸ ਤੋਂ ਬਾਅਦ ਮੁਗਲਾਂ ਦੀ ਵੀ ਗੱਲ ਕਰਾਂਗੇ, ਕਦੋਂ ਆਏ ਸੀ। ਮੁਗਲ ਅੰਪਾਇਰ ਰਿਹਾ ਸੀਗਾ। ਤਾਂ ਮੁਗਲ ਅੰਪਾਇਰ ਤਾਂ ਬਹੁਤ ਲੰਬਾ ਚੱਲਿਆ ਸੀਗਾ। ਮੁਗਲ ਅੰਪਾਇਰ ਜਿਹੜਾ ਹੈਗਾ ਆਪਾਂ ਜਿੰਨੇ ਵੀ ਗੁਰੂਆਂ ਬਾਰੇ ਪੜ੍ਹਦੇ ਆ ਨਾ ਤਾਂ ਉਹ ਸਾਰੇ ਮੁਗਲ ਅੰਪਾਇਰ ਦੇ ਸੀਗੇ, ਹੈ ਨਾ। ਕੋਈ ਡਾਇਨੈਸਟੀ ਨਹੀਂ ਸੀਗੀ। ਉਸ ਤੋਂ ਬਾਅਦ ਜਿਹੜੇ ਹੈਗੇ ਆ ਮੁਗਲ ਅੰਪਾਇਰ ਜਿੰਨੇ ਚੱਲੇ ਸੀਗੇ, ਮੁਗਲਾਂ ਦਾ ਰਾਜ ਆਇਆ ਸੀਗਾ, ਠੀਕ ਹੈ ਨਾ ਜੀ। ਤਾਂ ਮੁਗਲ ਅੰਪਾਇਰ ਪੜਾਂਗੇ। ਤਾਂ ਲੋਧੀ ਡਾਇਨੈਸਟੀ ਜਿਹੜੀ ਹੈਗੀ ਆ 1451 ਤੋਂ ਲੈ ਕੇ 1526 ਤੱਕ ਰਹੀ ਸੀ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। 50, 20, 70 ਤੇ 76 ਤੇ 77 ਸਾਲ ਜਿਹੜੀ ਹੈਗੀ ਹੈ ਇਸ ਨੇ ਰਾਜ ਕੀਤਾ ਸੀਗਾ। ਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਤਾਂ ਇੱਥੋਂ ਤੱਕ ਜਿਹੜੀਆਂ ਇਹ ਡਾਇਨੈਸਟੀਆਂ ਸੀਗੀਆਂ ਤਾਂ ਡਾਇਨੈਸਟੀਆਂ ਜ਼ਰੂਰ ਦੇਖ ਲਿਓ। ਪਹਿਲੀ ਕਿਹੜੀ ਸੀਗੀ? ਸਲੇਬ, ਜਿਹਨੂੰ ਗੁਲਾਮ ਵੰਸ਼ ਵੀ ਕਿਹਾ ਜਾਂਦਾ ਹੈਗਾ। ਇਲਵਰੀ ਡਾਇਨੈਸਟੀ ਵੀ ਕਿਹਾ ਜਾਂਦਾ ਹੈਗਾ, ਠੀਕ ਹੈ। ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। ਇੱਥੇ ਮੈਂ ਨੀਚੇ ਲਿਖੀਆਂ ਹੋਈਆਂ ਕਿਹੜੀਆਂ ਕਿਹੜੀਆਂ ਡਾਇਨੈਸਟੀ, ਗੁਲਾਮ ਵੰਸ਼, ਇਲਵਰੀ ਡਾਇਨੈਸਟੀ, ਹੋਰ ਵੀ ਨਾਮ ਨੇ, ਅੱਗੇ ਡਿਸਕਸ ਕਰਾਂਗੇ ਜਦੋਂ ਟੌਪਿਕ ਇਹ ਚੱਲੇਗਾ ਤੇ ਇਸ ਨੂੰ ਡਿਸਕਸ ਕਰਾਂਗੇ। ਖਿਲਜੀ ਡਾਇਨੈਸਟੀ, ਖਿਲਜੀ ਡਾਇਨੈਸਟੀ ਸੀਗਾ, ਤੁਗਲਕ ਵੰਸ਼ ਸੀਗਾ, ਸ਼ੈਦਨ ਡਾਇਨੈਸਟੀ ਸੀਗਾ ਤੇ ਲੋਧੀ ਡਾਇਨੈਸਟੀ ਸੀਗਾ। ਤਾਂ ਇਹ ਸਾਰੇ ਜਿਹੜੇ ਹੈਗੇ ਆ ਟਾਈਮ ਟੂ ਟਾਈਮ ਜਿਹੜਾ ਆਪਾਂ ਟੌਪਿਕ ਟੂ ਟੌਪਿਕ ਜਿਹੜੇ ਹੈਗੇ ਆ ਸ਼ੁਰੂਆਤ ਕਰਾਂਗੇ। ਤਾਂ ਟੌਪਿਕ ਟੂ ਟੌਪਿਕ ਵਾਈਜ਼ ਜਿਹੜੇ ਹੈਗੇ ਆਪਾਂ ਇਹ ਟੌਪਿਕ ਸ਼ੁਰੂਆਤ ਕਰਾਂਗੇ। ਤਾਂ ਸਭ ਤੋਂ ਪਹਿਲਾਂ ਇਸ ਤੋਂ ਬਾਅਦ ਜਿਹੜਾ ਥੋੜਾ ਜਿਹਾ
ਆਪਾਂ ਜਿਹੜਾ ਹੈਗਾ ਗੁਲਾਮ ਵੰਸ਼ ਬਾਰੇ ਦੇਖਦੇ ਹਾਂ। ਗੁਲਾਮ ਮਲਕ ਅਲਵਰੀ ਡਾਇਨੈਸਟੀ 1206 ਈਸਵੀ ਦੇ ਵਿੱਚ ਸ਼ੁਰੂ ਹੁੰਦੀ ਹੈ ਤੇ 1290 ਈਸਵੀ ਤੱਕ ਜਿਹੜੀ ਹੈਗੀ ਹੈ ਇਹ ਚੱਲਦੀ ਹੈ। ਮਾਲੂਕ ਜਿਹੜੀ ਹੈਗੀ ਹੈ ਗੁਲਾਮ ਮਾਲੂਕ ਅਲਵਰੀ ਡਾਇਨੈਸਟੀ, ਇਹਦੇ ਨਾਮ ਜਿਹੜੇ ਹੈਗੇ ਆ ਅਲੱਗ-ਅਲੱਗ ਰੱਖੇ ਗਏ ਸੀਗੇ। ਗੁਲਾਮ ਕਿਹਨੇ ਰਿਹਾ ਸੀ? ਗੁਲਾਮ ਦਾ ਮਤਲਬ ਕੀ ਸੀਗਾ ਕਿ ਜਿਹੜਾ ਕੁਤਬਦੀਨ ਐਬਕ ਸੀ। ਕੁਤਬਦੀਨ ਐਬਕ ਕੀ ਸੀ? ਕੁਤਬਦੀਨ ਐਬਕ ਜਿਹੜਾ ਬੰਦਾ ਸੀ ਤਾਂ ਉਸ ਬੰਦੇ ਦੁਆਰਾ ਕੀ ਕੀਤਾ ਗਿਆ ਸੀਗਾ ਕਿ ਜਿੰਨੇ ਵੀ ਜਿਹੜਾ ਗੌਰੀ ਸੀ ਉਹਦਾ ਕੀ ਸੀਗਾ, ਉਹ ਸਭ ਤੋਂ ਚਹੇਤਾ ਸੀ, ਉਹਦਾ ਗੁਲਾਮ ਸੀ। ਇਸੇ ਕਰਕੇ ਹੀ ਉਹ ਸਭ ਤੋਂ ਵੱਧ ਪਿਆਰ ਕਰਦਾ ਸੀ ਗੌਰੀ ਨੂੰ, ਜਿਸ ਕਰਕੇ ਉਹ ਉਸੇ ਹਿਸਾਬ ਨਾਲ ਹੀ ਜਿਹੜਾ ਹੈਗਾ ਅੱਗੇ ਜਾ ਕੇ ਇਹ ਬੰਦਾ ਆਜ਼ਾਦ ਹੋਊਗਾ। ਜਦੋਂ ਅੱਗੇ ਜਾ ਕੇ ਮੈਂ ਤੁਹਾਨੂੰ ਦੱਸੂਗਾ ਕਦੋਂ ਬੰਦਾ ਆਜ਼ਾਦ ਹੋਵੇਗਾ, ਉਹਨਾਂ ਟਾਈਮ ਜਿਹੜਾ ਹੈਗਾ ਇਹ ਗੁਲਾਮ ਰਹਿ ਕੇ ਹੀ ਰਾਜ ਕਰਦਾ ਹੈਗਾ। ਤਾਂ ਗੁਲਾਮ ਰਹਿ ਕੇ ਹੀ ਰਾਜ ਕਰਦਾ। ਤਾਂ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ ਕਿ ਗੁਲਾਮ ਵੰਸ਼ ਜਿਹੜਾ ਹੈਗਾ ਕੁਤਬਦੀਨ ਐਬਕ ਦੇ ਨਾਮ ਤੇ ਪਿਆ ਸੀ, ਕਿਉਂਕਿ ਕੁਤਬਦੀਨ ਕੀ ਸੀਗਾ, ਉਹਦਾ ਸਭ ਤੋਂ ਚਹੇਤਾ ਬੰਦਾ ਸੀਗਾ। ਤੇ ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ। 1206 ਤੋਂ ਲੈ ਕੇ 1290 ਤੱਕ ਜਿਹੜਾ ਇਹਦਾ ਸਮਾਂ ਸੀਗਾ। ਤਾਂ ਕਿਹੜੇ ਕਿਹੜੇ ਬੰਦੇ ਸੀਗੇ ਸਲੇਵ ਡਾਇਨੈਸਟੀ ਦੇ ਵਿੱਚ? ਕਿਹੜੇ ਕਿਹੜੇ ਬੰਦਿਆਂ ਨੇ ਸਭ ਤੋਂ ਵੱਧ ਰਾਜ ਕੀਤਾ? ਕਿਹੜੇ ਕਿਹੜੇ ਬੰਦਿਆਂ ਨੇ ਜਿਹੜਾ ਹੈਗਾ ਆਪਣੀ ਡਾਇਨੈਸਟੀ ਦਾ ਨਾਮ ਚੇਂਜ ਕੀਤਾ ਹੈਗਾ? ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਜਾਵੇ ਕੁਤਬਦੀਨ ਐਬਕ ਦੀ। ਕੁਤਬਦੀਨ ਐਬਕ ਜਿਹੜਾ ਹੈਗਾ ਸੀਗਾ, ਕੁਤਬਦੀਨ ਐਬਕ ਜਿਹੜਾ ਹੈਗਾ ਸੀਗਾ ਕੁਤਬੀ ਡਾਇਨੈਸਟੀ, ਕੁਤਬੀ ਵੰਸ਼, ਕੁਤਬੀ ਡਾਇਨੈਸਟੀ ਜਿਹੜੀ ਹੈਗੀ ਹੈ ਸ਼ੁਰੂਆਤ ਕੀਤੀ ਸੀ ਇਸ ਬੰਦੇ ਨੇ। ਉਸ ਤੋਂ ਬਾਅਦ ਸੀਗਾ ਸ਼ਾਸ਼ਮਦੀਨ ਇਲਤੁਤਮਿਸ਼। ਸ਼ਾਸ਼ਮਦੀਨ ਜਿਹੜਾ ਹੈਗਾ ਇਲਤੁਤਮਿਸ਼ ਸੀਗਾ, ਇਹਦੇ ਦੁਆਰਾ ਜਿਹੜਾ ਹੈਗਾ ਸ਼ਾਸ਼ਮ ਜਾਂ ਇਲਬਰੀ ਡਾਇਨੈਸਟੀ ਨੂੰ ਹਾਈਡ ਕੀਤਾ ਗਿਆ ਸੀਗਾ। ਤੇ ਇਲਬਰੀ ਡਾਇਨੈਸਟੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕੌਣ ਸੀਗਾ? ਇਲਬਰੀ ਡਾਇਨੈਸਟੀ ਦਾ ਜਿਹੜਾ ਹੈਗਾ ਇਲਤੁਤਮਿਸ਼ ਦੁਆਰਾ ਰੱਖੀ ਗਈ ਸੀ। ਇਲਤੁਤਮਿਸ਼ ਦੁਆਰਾ ਇਲਬਰੀ ਡਾਇਨੈਸਟੀ ਦਾ ਜਿਹੜਾ ਹੈਗਾ ਨਾਮ ਰੱਖਿਆ ਗਿਆ ਸੀਗਾ। ਬਲਬਨ ਦੁਆਰਾ ਬਲੋਨੀ ਜਾਂ ਬਲਬਨ, ਠੀਕ ਹੈ ਨਾ। ਤਾਂ ਇਹ ਵੀ ਬੰਦੇ ਦਾ ਬਹੁਤ ਇੰਪੋਰਟੈਂਟ ਰੋਲ ਰਿਹਾ। ਤਾਂ ਮੈਂ ਹਰ ਇੱਕ ਪਹਿਲਾਂ ਤਾਂ ਇਹ ਦੱਸੂਗਾ ਕਿ ਪ੍ਰਮੁੱਖ ਜਿਹੜੇ ਹੈਗੇ ਸ਼ਾਸਕ ਕਿਹੜੇ ਰਹੇ ਸੀਗੇ। ਕੱਲੇ ਸ਼ਾਸਕ ਬਾਰੇ ਗੱਲ ਕਰਾਂਗੇ ਅੱਗੇ, ਕੱਲੇ ਸ਼ਾਸਕ ਬਾਰੇ ਮੈਂ ਤੁਹਾਨੂੰ ਡੀਪਲੀ ਦੱਸਾਂਗਾ। ਤਾਂ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਕਿ ਪ੍ਰਮੁੱਖ ਸ਼ਾਸਕ ਕਿਹੜੇ ਸੀਗੇ। ਪ੍ਰਮੁੱਖ ਸ਼ਾਸਕ ਕਿਹੜੇ ਸੀਗੇ ਉਹਨਾਂ ਦੀ ਜੇਕਰ ਆਪਾਂ ਗੱਲ ਕਰੀ ਜਾਵੇ ਤਾਂ ਪ੍ਰਮੁੱਖ ਜਿਹੜੇ ਸ਼ਾਸਕ ਰਹੇ ਆ ਉਹ ਕਿਹੜੇ ਸੀਗੇ? 11 ਪ੍ਰਮੁੱਖ ਸ਼ਾਸਕ ਸੀਗੇ ਜੀ। ਕਿਹੜੇ ਕਿਹੜੇ ਰਹੇ ਆ ਜੀ? ਸਭ ਤੋਂ ਪਹਿਲਾਂ ਸੀਗਾ, ਸਭ ਤੋਂ ਪਹਿਲੇ ਦੀ ਗੱਲ ਕੀਤੀ ਜਾਵੇ ਜੇ, ਸਭ ਤੋਂ ਪਹਿਲਾਂ ਸੀਗਾ ਕੁਤਬਦੀਨ ਐਬਕ। ਕੁਤਬਦੀਨ ਐਬਕ ਕੀ ਸੀਗਾ? ਪ੍ਰਮੁੱਖ ਸ਼ਾਸਕ ਸੀਗਾ, ਸਭ ਤੋਂ ਪਹਿਲਾ ਸ਼ਾਸਕ ਸੀਗਾ ਜਿਸ ਬੰਦੇ ਨੇ ਕੀ ਕੀਤਾ? ਕੁਤਬਦੀਨ ਐਬਕ ਨੇ ਜਿਹੜਾ ਹੈਗਾ ਸਲੇਵ ਡਾਇਨੈਸਟੀ, ਗੁਲਾਮ ਵੰਸ਼ ਦੀ ਸਥਾਪਨਾ ਕੀਤੀ। ਕਦੋਂ ਕੀਤੀ? 1206 ਦੇ ਵਿੱਚ। 1206 ਦੇ ਵਿੱਚ ਇਹ ਬੰਦਾ ਕੀ ਕਰਦਾ ਹੈਗਾ? ਕੁਤਬਦੀਨ ਐਬਕ ਕੀ ਕਰਦਾ ਹੈਗਾ ਕਿ ਫਾਊਂਡ ਕਰਦਾ ਹੈਗਾ ਜਿਹੜੀ ਹੈਗੀ ਹੈ ਸਲੇਵ ਡਾਇਨੈਸਟੀ ਬਣਾਉਂਦਾ। ਸਲੇਵ ਡਾਇਨੈਸਟੀ ਨੂੰ ਸਭ ਤੋਂ ਪਹਿਲਾਂ ਜਿਹੜਾ ਹੈਗਾ ਦਿੱਲੀ ਸੁਲਤਾਨਤ ਦੀ ਨੀਂਹ ਰੱਖਣ ਵਾਲਾ ਆਪਾਂ ਕਹਿ ਸਕਦੇ ਹਾਂ ਕੁਤਬਦੀਨ ਐਬਕ ਸੀਗਾ। ਉਸ ਤੋਂ ਬਾਅਦ ਹੋਰ ਜਿਹੜੇ ਹੈਗੇ ਆ ਸ਼ਾਸਕ ਕਿਹੜੇ ਸੀਗੇ? ਸਭ ਤੋਂ ਸੈਕਿੰਡ ਕੀ ਸੀਗਾ? ਆਰਾਮ ਸ਼ਾਹ ਸੀਗਾ, ਇਹਦਾ ਲੜਕਾ ਸੀ। ਉਸ ਤੋਂ ਬਾਅਦ ਸੀਗਾ ਇਲਤੁਤਮਿਸ਼, ਸ਼ਾਸ਼ਮਲੀਨ ਇਲਤੁਤਮਿਸ਼, ਰੁਕਬਦੀਨ ਫਿਰੋਜ਼ ਸ਼ਾਹ। ਉਸ ਤੋਂ ਬਾਅਦ ਰਜੀਆ ਸੁਲਤਾਨਾ। ਸਭ ਤੋਂ ਜੇਕਰ ਬਹੁਤ ਗੱਲ ਪੁੱਛੀ ਜਾਂਦੀ ਹੈ, ਜੇਕਰ ਪੁੱਛਿਆ ਜਾਵੇ ਵੀ ਦਿੱਲੀ ਸੁਲਤਾਨਤ ਦੇ ਵਿੱਚ ਉਸ ਲੇਡੀ ਦਾ ਨਾਮ ਦੱਸੋ ਜੇ ਰਾਜਾ ਬਣੀ ਸੀ ਤਾਂ ਉਹ ਕੌਣ ਸੀਗੀ? ਰਜੀਆ ਸੁਲਤਾਨਾ ਸੀਗੀ। ਉਸ ਤੋਂ ਬਾਅਦ ਸੀਗਾ ਬੈਰਮ ਸ਼ਾਹ। ਉਸ ਤੋਂ ਬਾਅਦ ਸੀਗਾ ਮਸ਼ਹੂਦ ਸ਼ਾਹ, ਨਰਸੁਦੀਨ ਮਹਿਮੂਦ। ਉਸ ਤੋਂ ਬਾਅਦ ਸੀਗਾ ਗਿਆਸੁਦੀਨ ਬਲਬਨ, ਬਹੁਤ ਇੰਪੋਰਟੈਂਟ ਆਪਣੇ ਵਾਸਤੇ, ਬਹੁਤ ਇੰਪੋਰਟੈਂਟ ਕਰਾਂਗੇ। ਉਸ ਤੋਂ ਬਾਅਦ ਠੀਕ ਹੈ ਜੀ, ਉਸ ਤੋਂ ਬਾਅਦ ਸੀਗਾ, ਉਸ ਤੋਂ ਬਾਅਦ ਨੈਕਸਟ ਜਿਹੜਾ ਲਾਸਟ ਸੀਗਾ ਉਹ ਸੀਗਾ ਜੀ ਕੈਮੂਸ਼। ਉਸ ਤੋਂ ਬਾਅਦ ਕੌਣ ਸੀਗਾ? ਕੈਮੂਸ਼ ਸੀਗਾ। ਤਾਂ ਇਹ ਜਿਹੜੇ ਪ੍ਰਮੁੱਖ ਸ਼ਾਸਕ ਰਹੇ ਨੇ ਕਿਹਦੇ? ਦਿੱਲੀ ਸੁਲਤਾਨਤ ਦੇ। ਦਿੱਲੀ ਸੁਲਤਾਨਤ ਦੇ ਕੀ ਸੀਗੇ? ਪ੍ਰਮੁੱਖ ਸ਼ਾਸਕ ਸੀਗੇ। ਤਾਂ ਮੇਨ ਬੰਦੇ ਕਹਿ ਸਕਦੇ ਆਪਾਂ ਪ੍ਰਮੁੱਖ ਸ਼ਾਸਕ ਜਿਹੜੇ ਹੈਗੇ ਆ ਦਿੱਲੀ ਸੁਲਤਾਨਤ ਤੇ ਰਹੇ ਆ। ਜੇਕਰ ਕੱਲ ਨੂੰ ਨੈਕਸਟ ਕਲਾਸ ਦੇ ਵਿੱਚ ਆਪਾਂ ਜਿਹੜੇ ਹੈਗੇ ਆ ਦਿੱਲੀ ਸੁਲਤਾਨਤ ਦਾ ਜਿਹੜਾ ਪਹਿਲਾ ਬੰਦਾ ਕੁਤਬਦੀਨ ਐਬਕ ਬਾਰੇ ਸ਼ੁਰੂਆਤ ਕਰਾਂਗੇ। ਕੁਤਬਦੀਨ ਐਬਕ ਕੌਣ ਸੀਗਾ? ਇੱਕ ਕਮਾਂਡਰ ਸੀਗਾ, ਗੁਲਾਮ ਸੀਗਾ। ਕਿਹਦਾ ਜੀ? ਗੌਰੀ ਦਾ ਗੁਲਾਮ ਸੀਗਾ। ਠੀਕ ਹੈ, ਗੌਰੀ ਦਾ ਦਮਾਦ ਵੀ ਸੀਗਾ, ਦਮਾਦ ਵੀ ਸੀ। ਇਸ ਚੀਜ਼ ਨੂੰ ਵੀ ਜ਼ਰੂਰ ਯਾਦ ਰੱਖਿਓ, ਦਮਾਦ ਵੀ ਸੀਗਾ ਗੌਰੀ ਦਾ ਤੇ ਗੁਲਾਮ ਵੀ ਸੀਗਾ। ਕਿਹਦਾ? ਕਮਾਂਡਰ ਸੀਗਾ, ਮੇਨ ਕਮਾਂਡਰ ਰੱਖਿਆ ਗਿਆ ਸੀਗਾ ਗੌਰੀ ਨੇ। ਕੌਣ ਸੀ? ਉਹ ਕੁਤਬਦੀਨ ਐਬਕ ਸੀਗਾ। ਤੇ ਇਹਦੇ ਬਾਰੇ ਹਰ ਇੱਕ ਚੀਜ਼ ਗੱਲ ਕਰਾਂਗੇ। ਜੇਕਰ ਤੁਹਾਨੂੰ ਗੱਲ ਕੀਤੀ ਜਾਂਦੀ ਹੈ PTET ਬਾਰੇ 94643 95331, ਇਹ ਅਕੈਡਮੀ ਦਾ ਜਿਹੜਾ ਹੈਗਾ WhatsApp ਗਰੁੱਪ ਮੈਸੇਜ ਹੈਗਾ। ਠੀਕ ਹੈ ਜੀ, ਇਸ ਦੇ ਉੱਪਰ ਤੁਸੀਂ ਜਿਹੜਾ ਹੈਗਾ ਕੋਈ ਵੀ ਇਨਕੁਆਇਰੀ ਤੁਹਾਡੀ ਪੁੱਛ ਸਕਦੇ ਹੋ।
PTET ਦਾ ਜਿਹੜਾ ਹੈਗਾ ਅਸੀਂ PTET ਦਾ ਅਸੀਂ ਜਿਹੜਾ ਹੈਗਾ ਬੈਚ ਸਟਾਰਟ ਕਰਨ ਜਾ ਰਹੇ ਹਾਂ। ਆਲ ਸਿਲੇਬਸ ਜਿਹੜਾ ਹੈਗਾ ਤੁਹਾਨੂੰ ਕਰਵਾਇਆ ਜਾਊਗਾ ਟਾਈਮ ਟੂ ਟਾਈਮ, ਠੀਕ ਹੈ ਜੀ। ਤੁਹਾਡਾ EVS ਦਾ ਵੀ ਟਾਈਮ ਟੂ ਟਾਈਮ ਲੱਗੇਗਾ, ਤੁਹਾਡਾ ਮੈਥ ਦਾ, ਤੁਹਾਡਾ ਇੰਗਲਿਸ਼ ਦਾ, ਇੰਗਲਿਸ਼ ਮਨਪ੍ਰੀਤ ਸਰ ਕਰਵਾਉਣਗੇ, ਠੀਕ ਹੈ। GK ਤੁਹਾਨੂੰ ਸਾਰੀ ਮੈਂ ਕਰਵਾਵਾਂਗਾ, ਠੀਕ ਹੈ। ਮੈਥ ਤੁਹਾਨੂੰ ਮੈਂ ਕਰਵਾਵਾਂਗਾ, ਰੀਜ਼ਨਿੰਗ ਤੁਹਾਨੂੰ ਮਨਪ੍ਰੀਤ ਸਰ ਕਰਵਾ ਸਕਦੇ ਆ ਜਾਂ ਮੈਂ ਕਰਵਾ ਸਕਦਾ ਹੈਗਾ, ਠੀਕ ਹੈ ਨਾ। ਤਾਂ ਪੰਜਾਬੀ ਤਾਂ ਹਰ ਇੱਕ ਟੌਪਿਕ ਜਿਹੜਾ ਹੈਗਾ ਟੌਪਿਕ ਵਾਈਜ਼ ਜਿਹੜਾ ਹੈਗਾ ਬੈਸ ਚੱਲੇਗਾ। ਤਾਂ ਜੇਕਰ ਬੰਦੇ ਕਿਸੇ ਨੇ ਵੀ PTET ਦੀ ਜਿਹੜੀ ਹੈਗੀ ਹੈ ਤਿਆਰੀ ਕਰਨੀ ਹੈ, ਬੈਸਟ ਪਲੇਟਫਾਰਮ ਹੈ। ਪੰਜਾਬੀ ਦੇ ਵਿੱਚ ਤੁਹਾਨੂੰ ਤਿਆਰੀ ਕਰਵਾਈ ਜਾਊਗੀ, ਪੰਜਾਬੀ ਦੇ ਵਿੱਚ ਤੁਹਾਨੂੰ ਨੋਟਸ ਬਣਾਉਣ ਦੀ ਕੋਈ ਲੋੜ ਨਹੀਂ, ਨੋਟਸ ਤੁਹਾਨੂੰ ਅਕੈਡਮੀ ਵੱਲੋਂ ਆਨਲਾਈਨ ਪ੍ਰੋਵਾਈਡ ਕਰਵਾਏ ਜਾਣਗੇ। ਮੈਥ ਤੁਹਾਨੂੰ ਪੰਜਾਬੀ ਦੇ ਵਿੱਚ ਕਰਵਾਇਆ ਜਾਊਗਾ, ਰੀਜ਼ਨਿੰਗ ਤੁਹਾਨੂੰ ਪੰਜਾਬੀ ਦੇ ਵਿੱਚ ਕਰਵਾਈ ਜਾਵੇਗੀ। ਤਾਂ ਕੋਈ ਵੀ ਇਨਕੁਆਇਰੀ ਹੋਵੇ ਤੁਸੀਂ ਇਸ ਨੰਬਰ ਦੇ ਉੱਪਰ ਸਾਡਾ ਜਿਹੜਾ ਹੈਗਾ ਸਾਡੇ ਨਾਲ ਜਿਹੜਾ ਹੈਗਾ ਕੰਟੈਕਟ ਕਰ ਸਕਦੇ ਹੋ। ਬਾਕੀ ਜੋ ਇਨਫੋਰਮੇਸ਼ਨ ਕੋਈ ਵੀ ਹੈ ਤੁਸੀਂ ਫੋਨ ਦੇ ਰਾਹੀਂ ਪੁੱਛ ਸਕਦੇ ਹੋ। ਅਗਲੀ ਕਲਾਸ ਜਿਹੜੀ ਹੈਗੀ ਕੱਲ੍ਹ ਨੂੰ ਰਹੇਗੀ। ਸੈਕਿੰਡ ਕਲਾਸ ਜਿਹੜੀ ਹੈਗੀ ਕੱਲ੍ਹ ਨੂੰ 2 ਕਲਾਸਾਂ ਜਿਹੜੀਆਂ ਹੈਗੀਆਂ ਹਿਸਟਰੀ ਦੀਆਂ ਰਹਿਣਗੀਆਂ, ਕਿਉਂਕਿ ਸਿਲੇਬਸ ਆਪਾਂ ਜਲਦੀ ਤੋਂ ਜਲਦੀ ਕੰਪਲੀਟ ਕਰਨਾ ਹੈਗਾ। ਤਾਂ ਜਲਦੀ ਤੋਂ ਜਲਦੀ ਆਪਾਂ ਜਿਹੜਾ ਹੈਗਾ ਸਿਲੇਬਸ ਨੂੰ ਕੰਪਲੀਟ ਕਰਾਂਗੇ। ਤਾਂ ਵੱਧ ਤੋਂ ਵੱਧ ਤੁਹਾਨੂੰ ਰਿਕੁਐਸਟ ਹੈ ਕਿ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਤਾਂ ਜੋ ਹਰ ਇੱਕ ਤੁਹਾਡੇ ਲਈ ਕੰਟੈਕਟ ਨਵੇਂ ਤੋਂ ਨਵਾਂ ਲੈ ਕੇ ਆਵਾਂ। ਓਕੇ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਲਈ।